पंजाब भारत पूरे विश्व की शांति ते खुशहाली लई मिल के इबादत ते प्रार्थना करिए। परमेश्वर की वड्डी किरपा लई असीं उहदा धन्नवाद करते हाँ जो सर्वशक्तिमान परमेश्वर ने सानू सारिਆਂ ਨੂੰ ਜਿਉਂਦਿਆਂ ਦੀ ਧਰਤੀ ਦੇ ਉੱਤੇ ਰੱਖਿਆ ਆ ਤੇ ਸੰਭਾਲਿਆ। ਅੱਜ ਦੇ ਦਿਨ ਤੇ ਇਸ ਘੜੀ ਦੇ ਲਈ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਮੇਂ-ਸਮੇਂ ਤੇ ਆਪਣੀਆਂ ਰਹਿਮਤਾਂ ਸਾਡੇ ਉੱਤੇ ਬਹਾਲ ਕਰਦਾ ਆ ਔਰ ਸਾਨੂੰ ਇਸ ਸੰਸਾਰ ਤੇ ਰਹਿੰਦਿਆਂ ਆਉਣ ਵਾਲੀਆਂ ਵੱਡੀਆਂ ਆਫਤਾਂ ਤੇ ਮੁਸੀਬਤਾਂ ਤੋਂ ਸਰਵਸ਼ਕਤੀਮਾਨ ਪਰਮੇਸ਼ਰ ਬਚਾਉਂਦਾ ਆ। ਇਹ ਸਾਰੇ ਦੇ ਲਈ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜੋ ਨੇ ਆਪਣੀ ਵੱਡੀ ਕਿਰਪਾ ਨੂੰ ਸਾਡੇ ਸਾਰਿਆਂ ਦੇ ਉੱਤੇ ਬਹਾਲ ਕੀਤਾ ਆ। ਸੋ ਖੁਦਾ ਦਾ ਅਸੀਂ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਤੇ ਇਸ ਘੜੀ ਦੇ ਲਈ। ਸੋ ਪਰਮੇਸ਼ਰ ਦਾ ਪਵਿੱਤਰ ਵਚਨ ਅਸੀਂ ਸੁਣ ਲਈ ਜਾ ਰਹੇ ਹਾਂ ਸਬਤ ਦੇ ਦਿਨ ਦੇ ਵਿੱਚ ਜੋ ਪਰਮੇਸ਼ਰ ਨੇ ਸਾਨੂੰ ਸੰਭਾਲਿਆ ਆ। ਆਈ ਹੋਈ ਸਾਰੀ ਆਦਰਯੋਗ ਸੰਗਤ ਨੂੰ ਜੈ ਮਸੀਹ ਦੀ। ਖੁਦਾ ਬਰਕਤ ਦੇਵੇ, ਵੱਡੀ ਕਿਰਪਾ ਕਰੇ। ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਹਾਂ ਬਹੁਤ ਸਾਰੀਆਂ ਮੁਸ਼ਕਲਾਂ, ਪਰੇਸ਼ਾਨੀਆਂ, ਸਮੱਸਿਆ, ਚਿੰਤਾਵਾਂ ਸਾਡੇ ਅੱਗੇ ਆ ਕੇ ਖੜੀਆਂ ਹੁੰਦੀਆਂ ਆ ਪਰ ਸਰਵਸ਼ਕਤੀਮਾਨ ਪਰਮੇਸ਼ਰ ਉਹਨਾਂ ਸਾਰੀਆਂ ਚਿੰਤਾ, ਮੁਸ਼ਕਲਾਂ, ਪਰੇਸ਼ਾਨੀਆਂ ਤੋਂ ਆਪਣੇ ਲੋਕਾਂ ਨੂੰ ਆਜ਼ਾਦੀ ਪ੍ਰਦਾਨ ਕਰਦਾ ਆ, ਛੁਟਕਾਰਾ ਦਿੰਦਾ ਆ ਤੇ ਉਹਨਾਂ ਨੂੰ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਉਂਦਾ ਹੈ। ਇਸ ਲਈ ਸਾਡੇ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਹਰ ਸਥਿਤੀ ਦੇ ਵਿੱਚ, ਹਰ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਸਰਵਸ਼ਕਤੀਮਾਨ ਪਰਮੇਸ਼ਰ ਦੇ ਹੱਥ ਦੇਈਏ। ਹਰ ਮੁਸ਼ਕਲ ਤੇ ਹਰ ਇੱਕ ਪਰੇਸ਼ਾਨੀ ਨੂੰ ਉਹਦੇ ਅੱਗੇ ਰੱਖੀਏ ਤੇ ਉਹ ਸਾਨੂੰ ਛੁਟਕਾਰਾ ਹੀ ਨਹੀਂ ਦੇਵੇਗਾ ਬਲਕਿ ਉਹ ਸਾਨੂੰ ਦੁਨੀਆ ਦੇ ਲਈ ਬਰਕਤ ਦਾ ਕਾਰਨ ਵੀ ਬਣਾਵੇਗਾ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਆਪਣੀ ਮੁਸ਼ਕਲ ਪਰੇਸ਼ਾਨੀ ਨੂੰ ਖੁਦਾ ਦੇ ਅੱਗੇ ਰੱਖੀਏ ਕਿਉਂਕਿ ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ ਆ ਜੋ ਪੜਾਂਗੇ ਪਹਿਲਾ ਪਤਰਸ 5 ਅਧਿਆਏ ਉਹਦੀ 7 ਤੇ 8 ਐਤ ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ। ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ। ਆਪਣੀ ਸਾਰੀ ਚਿੰਤਾ ਸਰਵਸ਼ਕਤੀਮਾਨ ਪਰਮੇਸ਼ਰ ਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਹਾਂ, ਹਾਲੇਲੂਇਆ। ਕਿਉਂਕਿ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਤੁਹਾਡਾ ਕੀ ਹੈ? ਫਿਕਰ ਕਿਉਂ ਆ? ਕਿਉਂਕਿ ਉਹਨੇ ਸਾਨੂੰ ਬਣਾਇਆ ਆ, ਉਹ ਸਾਡਾ ਬਣਾਉਣ ਵਾਲਾ ਆ, ਉਹ ਸਾਡਾ ਰਚਨਾ ਕਰਨ ਵਾਲਾ ਆ, ਉਹ ਸਾਡੀ ਅਗਵਾਈ ਕਰਨ ਵਾਲਾ ਆ ਤੇ ਉਹ ਸਾਨੂੰ ਜੀਵਨ 'ਚ ਸਫਲ ਕਰਨ ਵਾਲਾ ਆ। ਇਸ ਲਈ ਇਹ ਪਤਰਸ ਆਪਣੇ ਤਜਰਬੇ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਆ ਕਿ ਆਪਣੀ ਸਾਰੀ ਚਿੰਤਾ ਸਰਵਸ਼ਕਤੀਮਾਨ ਪਰਮੇਸ਼ਰ ਤੇ ਸੁੱਟ ਛੱਡੋ ਕਿਉਂਕਿ ਉਹਨੂੰ ਤੁਹਾਡਾ ਕੀ ਹੈ? ਫਿਕਰ ਹੈ। ਹਾਲੇਲੂਇਆ। ਕਿਉਂਕਿ ਉਹਨੇ ਸਾਨੂੰ ਬਣਾਇਆ ਆ, ਅਸੀਂ ਉਹਦੀ ਰਚਨਾ ਆ, ਅਸੀਂ ਉਹਦੀ ਜੂਹ ਦੀਆਂ ਭੇਡਾਂ ਆ। ਇਸ ਲਈ ਉਹ ਸਾਡਾ ਫਿਕਰ ਕਰਦਾ ਆ। ਪਰ ਚਲਦੇ ਚਲਦੇ ਮਸੀਹੀ ਜ਼ਿੰਦਗੀ 'ਚ ਕੋਈ ਸਮੱਸਿਆ, ਕੋਈ ਪਰੇਸ਼ਾਨੀ, ਕੋਈ ਸਥਿਤੀ ਆ ਕੇ ਸਾਡੇ ਅੱਗੇ ਖੜੀ ਹੁੰਦੀ ਹੈ ਤੇ ਅਸੀਂ ਉਸ ਸਥਿਤੀ ਨੂੰ ਆਪਣੇ ਉੱਪਰ ਲੈ ਲੈਂਦੇ ਹਾਂ। ਅਸੀਂ ਆਪਣੀ ਅਕਲ ਦੇ ਨਾਲ, ਆਪਣੀ ਸਮਝ ਦੇ ਨਾਲ ਉਸ ਸਥਿਤੀ ਨੂੰ ਹੱਲ ਕਰਨਾ ਚਾਹੁੰਦੇ ਹਾਂ ਜਿਹਦੇ ਕਾਰਨ ਉਹ ਸਥਿਤੀ, ਉਹ ਹਾਲਾਤ ਸਾਡੇ ਤੇ ਹੈਵੀ ਹੁੰਦੇ ਨੇ। ਪਰ ਕਲਾਮ ਬਿਆਨ ਕਰਦਾ ਆ ਕਿ ਆਪਣੀ ਸਾਰੀ ਚਿੰਤਾ ਜਿੰਨੀ ਵੀ ਹੈ, ਮੁਸ਼ਕਲ ਹੈ, ਪਰੇਸ਼ਾਨੀ ਹੈ, ਉਹ ਪਰਮੇਸ਼ਰ ਤੇ ਸੁੱਟੀਏ ਕਿਉਂਕਿ ਉਹ ਸਾਨੂੰ ਆਜ਼ਾਦ ਹੀ ਨਹੀਂ ਕਰੇਗਾ ਬਲਕਿ ਉਹ ਸਾਨੂੰ ਦੂਸਰਿਆਂ ਲਈ ਬਰਕਤ ਦਾ ਕਾਰਨ ਵੀ ਬਣਾਵੇਗਾ। ਇਸ ਲਈ ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ ਆ। ਅੱਗੇ ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਹਾਂਜੀ, ਸੁਚੇਤ ਹੋਵੋ। ਹਾਂ, ਜਾਗਦੇ ਰਹੋ। ਸੁਚੇਤ ਹੋਵੋ ਅਤੇ ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਬੁੱਕਦੇ ਸ਼ੀ ਵਾਂਗੂ ਭਾਲਦਾ ਫਿਰਦਾ ਹੈ। ਤੁਹਾਡਾ ਦੁਸ਼ਮਣ ਸ਼ੈਤਾਨ ਭੁੱਖੇ ਸ਼ੇਰ ਦੀ ਤਰ੍ਹਾਂ ਦੌੜਾ ਹੀ ਫਿਰਦਾ ਆ।
ਬੇ ਕਿਹਨੂੰ ਪਾੜ ਖਾਵਾਂ। ਬਸ ਬੇ ਕਿਹੜੇ ਵਿਸ਼ਵਾਸੀ ਨੂੰ ਪਾੜ ਕੇ ਖਾ ਲਵਾਂ, ਕਿਹੜੇ ਵਿਸ਼ਵਾਸੀ ਨੂੰ ਮੈਂ ਚਿੰਤਾ 'ਚ ਡੋਬ ਦਿਆਂ, ਕਿਹੜੇ ਵਿਸ਼ਵਾਸੀ ਨੂੰ ਨਿਰਾਸ਼ ਕਰ ਦਿਆਂ, ਕਿਹੜਾ ਵਿਸ਼ਵਾਸੀ ਆ ਕਮਜ਼ੋਰ ਪੈ ਜਾਵੇ। ਸ਼ੈਤਾਨ ਜਿਹੜਾ ਆ ਉਹ ਇਸੇ ਦੌੜ ਦੇ ਵਿੱਚ ਹੈ, ਹਮੇਸ਼ਾ ਹੀ ਉਹ ਵਿਸ਼ਵਾਸੀ ਨੂੰ ਕਮਜ਼ੋਰ ਕਰਨਾ ਚਾਹੁੰਦਾ, ਉਹ ਵਿਸ਼ਵਾਸੀ ਨੂੰ ਨਿਰਾਸ਼ ਕਰਨਾ ਚਾਹੁੰਦਾ ਆ, ਤੇ ਉਹ ਵਿਸ਼ਵਾਸੀ ਦੀ ਖੁਸ਼ੀ ਤੇ ਆਨੰਦ ਨੂੰ ਖੋਣਾ ਚਾਹੁੰਦਾ ਆ। ਹਾਲੇਲੂਇਆ, ਹਾਲੇਲੂਇਆ। ਇਹ ਸ਼ੈਤਾਨ ਦਾ ਸਭ ਤੋਂ ਵੱਡਾ ਟਾਰਗੇਟ ਵਾ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਹਰ ਸਥਿਤੀ, ਅਸੀਂ ਹਰ ਮੁਸ਼ਕਲ, ਅਸੀਂ ਹਰ ਪਰੇਸ਼ਾਨੀ 'ਚ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹੱਥ ਦੇਈਏ, ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਸਥਿਤੀ ਹੋਵੇ, ਕਿਉਂਕਿ ਪਰਮੇਸ਼ਰ ਤੁਹਾਨੂੰ ਸਾਰੀਆਂ ਸਥਿਤੀਆਂ 'ਚੋਂ ਕੱਢਣ ਦੀ ਸਮਰੱਥਾ ਰੱਖਦਾ ਆ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਹਰ ਸਥਿਤੀ, ਹਰ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। ਉਹਨੇ ਹਮੇਸ਼ਾ ਤੁਹਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਆ, ਸਥਿਤੀ ਨੇ ਤੁਹਾਡੀ ਖੁਸ਼ੀ ਤੇ ਆਨੰਦ ਨੂੰ ਖਤਮ ਕਰਨਾ ਆ। ਇਸੇ ਲਈ ਕਲਾਮ ਦੇ ਵਿੱਚ ਲਿਖਿਆ, ਕਬੂਤਰਾਂ ਵਾਂਗੂ ਭੋਲੇ ਤੇ ਸੱਪਾਂ ਵਾਂਗੂ ਹੁਸ਼ਿਆਰ ਹੋਵੋ। ਹਾਲੇਲੂਇਆ। ਵਚਨ ਦੀ ਹੁਸ਼ਿਆਰੀ, ਵਚਨ ਦੀ ਸਮਝ ਦਾ ਸਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਵਚਨ ਦੀ ਸਮਝ ਤੁਹਾਡੇ ਕੋਲ ਹੈ ਤੇ ਤੁਸੀਂ ਹਰ ਸਥਿਤੀ ਦੇ ਉੱਤੇ ਫਤਿਹ ਪਾਓਗੇ, ਹਰ ਹਾਲਾਤ ਦੇ ਉੱਤੇ ਫਤਿਹ ਪਾਓਗੇ। ਹਰ ਸਥਿਤੀ ਤੋਂ ਬਾਅਦ ਜਿਹੜੀ ਆਉਣ ਵਾਲੀ ਬਰਕਤ ਵਾ ਉਹਦੇ ਤੁਸੀਂ ਹੱਕਦਾਰ ਬਣੋਗੇ। ਜੇਕਰ ਤੁਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਤੁਹਾਡੇ ਕੋਲ ਹੈ, ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਦੇ ਵਚਨ ਨੂੰ ਬਣਾਇਆ ਆ। ਇਸੇ ਲਈ ਪਰਮੇਸ਼ਰ ਦਾ ਜਨ ਇਸ ਗੱਲ ਨੂੰ ਬਿਆਨ ਕਰਦਾ ਆ। 7 ਐਤ ਦੇ ਵਿੱਚ ਪਰਮੇਸ਼ਰ ਦੀ ਬਾਬਤ ਕਿ ਉਹ ਸਾਡਾ ਫਿਕਰ ਕਰਦਾ ਆ, ਔਰ 8 ਐਤ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇੱਕ ਤੁਹਾਡਾ ਦੁਸ਼ਮਣ ਵੀ ਹੈ ਜਿਹੜਾ ਤੁਹਾਡੀ ਖੁਸ਼ੀ ਤੇ ਆਨੰਦ ਨੂੰ ਤੁਹਾਡੇ ਕੋਲੋਂ ਖੋਹਦਾ ਆ, ਜਿਹੜਾ ਤੁਹਾਡੇ ਵਿਸ਼ਵਾਸ ਨੂੰ ਖੋਹਦਾ ਆ, ਜਿਹੜਾ ਤੁਹਾਡੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਆ। ਪਰ ਜੇਕਰ ਸਾਡੇ ਕੋਲ ਪਰਮੇਸ਼ਰ ਦੇ ਵਚਨ ਦਾ ਪ੍ਰਕਾਸ਼ ਹੈਗਾ ਆ, ਪਰਮੇਸ਼ਰ ਦੇ ਵਚਨ ਦਾ ਗਿਆਨ ਹੈ, ਤੇ ਅਸੀਂ ਹਰ ਸਥਿਤੀ ਦੇ ਵਿੱਚ ਖੜੇ ਵੀ ਰਵਾਂਗੇ ਤੇ ਪਰਮੇਸ਼ਰ ਦੀਆਂ ਜਿਹੜੀਆਂ ਪ੍ਰਤਿੱਗਿਆ ਆ ਉਹਨਾਂ ਨੂੰ ਪ੍ਰਾਪਤ ਵੀ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਇਸ ਲਈ ਕਲਾਮ 'ਚ ਲਿਖਿਆ, ਤੂੰ ਮਰਨ ਤੋੜੀ ਵਫਾਦਾਰ ਰਹਿ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਮਰਨ ਤੋੜੀ ਕੀ ਰਹਿ, ਵਫਾਦਾਰ ਰਹਿ। ਜਦ ਤੀਕਰ ਤੇਰੀ ਜ਼ਿੰਦਗੀ 'ਚ ਆਖਰੀ ਸਾਹ ਤੱਕ ਤੂੰ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਰਹਿ। ਜਿਹੜੇ ਆਖਰੀ ਸਾਹ ਤੱਕ ਵਫਾਦਾਰ ਰਹਿੰਦੇ ਨੇ ਉਹੀ ਪਰਮੇਸ਼ਰ ਦੀਆਂ ਪ੍ਰਤਿੱਗਿਆ ਨੂੰ ਤੇ ਪਰਮੇਸ਼ਰ ਦੇ ਵਾਅਦਿਆਂ ਨੂੰ ਪ੍ਰਾਪਤ ਕਰਦੇ ਨੇ। ਇਸ ਲਈ ਸਾਡੇ ਲਈ ਅਤੀ ਜ਼ਿਆਦਾ ਜ਼ਰੂਰੀ ਕਿ ਹਰ ਸਥਿਤੀ ਦੇ ਵਿੱਚ ਅਸੀਂ ਬਣੇ ਰਹੀਏ। ਜਦੋਂ ਸਕੂਲਾਂ ਦੇ ਵਿੱਚ ਆਮ ਪੇਪਰ ਹੁੰਦੇ ਨੇ ਤੇ ਇੱਕ ਖਾਸ ਪੇਪਰ ਹੁੰਦੇ ਨੇ। ਖਾਸ ਪੇਪਰ ਜਿਹੜੇ ਆ ਫਾਈਨਲ ਐਗਜ਼ਾਮ, ਅਸੀਂ ਜਾਣਦੇ ਜਦੋਂ ਫਾਈਨਲ ਐਗਜ਼ਾਮ ਹੁੰਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਵਿਦਿਆਰਥੀ ਦੀ ਉન્નਤੀ ਹੁੰਦੀ ਹੈ। ਉਹਨੇ ਉਸ ਤੋਂ ਬਾਅਦ ਚ ਫਾਈਨਲ ਐਗਜ਼ਾਮ ਦੇਣ ਤੋਂ ਬਾਅਦ ਉਹਨੇ ਅਗਲੀ ਕਲਾਸ ਵਿੱਚ ਦਾਖਲ ਹੋਣਾ ਆ। ਪਰ ਜੇ ਫਾਈਨਲ ਐਗਜ਼ਾਮ ਦੇ ਵਿੱਚ ਉਹਦਾ ਰਿਜ਼ਲਟ ਵਧੀਆ ਆਵੇਗਾ ਤਾਂ ਹਾਲੇਲੂਇਆ, ਹਾਲੇਲੂਇਆ। ਜੇ ਫਾਈਨਲ ਐਗਜ਼ਾਮ ਦੇ ਵਿੱਚ ਉਹਦਾ ਰਿਜ਼ਲਟ ਵਧੀਆ ਆਊਗਾ
ਤੇ ਜਿਹੜਾ ਐਗਜ਼ਾਮ ਹੈ ਉਹ ਉન્નਤੀ ਤੇ ਤਰੱਕੀ ਵੱਲ ਇਸ਼ਾਰਾ ਕਰਦਾ ਆ। ਪਰ ਜੇਕਰ ਉਹ ਵਿਦਿਆਰਥੀ ਉਸ ਸਮੇਂ ਨੂੰ ਸੰਭਾਲ ਲਵੇ, ਜੇ ਵਿਦਿਆਰਥੀ ਨੇ ਉਹ ਸਮਾਂ ਸੰਭਾਲਿਆ ਨਹੀਂ, ਫਿਰ ਉਹਦੇ ਲਈ ਸ਼ਰਮਿੰਦਗੀ ਤੇ ਘਾਟਾ ਆ। ਪਰ ਜੇ ਵਿਦਿਆਰਥੀ ਨੇ ਉਹ ਸਮਾਂ ਸੰਭਾਲ ਲਿਆ, ਫਿਰ ਉਹਦਾ ਵੀ ਆਦਰ-ਮਾਣ ਹੋਵੇਗਾ ਤੇ ਉਹਦੇ ਟੀਚਰ ਦਾ ਵੀ ਆਦਰ-ਮਾਣ ਹੋਵੇਗਾ, ਤੇ ਫਿਰ ਮਾਂ-ਬਾਪ ਵੀ ਖੁਸ਼ ਹੁੰਦੇ ਨੇ, ਸਮਾਜ ਵੀ ਖੁਸ਼ ਹੁੰਦਾ ਆ। ਇਸੇ ਤਰ੍ਹਾਂ ਮਸੀਹੀ ਜ਼ਿੰਦਗੀ 'ਚ ਜਦੋਂ ਕੋਈ ਦੁੱਖ ਆਉਂਦਾ, ਕਸ਼ਟ ਆਉਂਦਾ, ਪ੍ਰੀਖਿਆ ਆਉਂਦੀ ਹੈ, ਉਸ ਸਮੇਂ ਸਾਡੇ ਲਈ ਜ਼ਰੂਰੀ ਹੈ ਵੀ ਅਸੀਂ ਖੜੇ ਰਹੀਏ। ਉਸ ਸਮੇਂ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਬਣੇ ਰਹੀਏ, ਤਾਂ ਅਸੀਂ ਖੁਦਾ ਦੀਆਂ ਬਰਕਤਾਂ ਦੇ ਹੱਕਦਾਰ ਬਣ ਸਕਦੇ ਹਾਂ। ਇਸ ਲਈ ਹਰ ਸਥਿਤੀ ਦੇ ਵਿੱਚ ਸਾਡੇ ਲਈ ਖੜੇ ਰਹਿਣਾ ਜ਼ਰੂਰੀ ਹੈ। ਫਾਈਨਲ ਐਗਜ਼ਾਮ ਦੇ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੇ ਵਿਦਿਆਰਥੀ ਆਮ ਬਣ ਚੱਲਦਾ ਰਵੇ ਤਾਂ ਫਿਰ ਉਹਦੇ ਲਈ ਸਫਲ ਹੋਣਾ ਕਠਿਨ ਹੈ। ਜਦੋਂ ਫਾਈਨਲ ਐਗਜ਼ਾਮ ਹੁੰਦੇ ਨੇ, ਉਹਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਦਾਂ ਹੀ ਜਦੋਂ ਸਾਡੇ ਅੱਗੇ ਪ੍ਰੀਖਿਆ ਹਾਲਾਤ ਸਥਿਤੀ ਆਉਂਦੀ ਆ, ਉਦੋਂ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣਾ ਸਮਾਂ ਦੁਆ ਪ੍ਰਾਰਥਨਾ ਦੇ ਵਿੱਚ ਤੇ ਅਸੀਂ ਆਪਣਾ ਸਮਾਂ ਪਰਮੇਸ਼ਰ ਦੀ ਹਜ਼ੂਰੀ 'ਚ ਵੱਧ ਤੋਂ ਵੱਧ ਬਤੀਤ ਕਰੀਏ। ਤਦ ਤੁਸੀਂ ਫਤਿਹ ਪਾਓਗੇ, ਤਦ ਸਥਿਤੀਆਂ ਦੇ ਉੱਤੇ ਹਾਲਾਤਾਂ ਤੇ ਫਤਿਹ ਪਾਓਗੇ, ਤੇ ਤਦ ਤੁਸੀਂ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਬਣ ਸਕਦੇ ਹੋ। ਪਰ ਜੇ ਅਸੀਂ ਸਥਿਤੀ ਤੇ ਹਾਲਾਤ ਨੂੰ ਦੇਖ ਕੇ ਪਿੱਛੇ ਮੁੜ ਗਏ, ਸਥਿਤੀ ਤੇ ਹਾਲਾਤ ਦੇ ਵਿੱਚ ਬਹਿ ਗਏ, ਕਮਜ਼ੋਰ ਪੈ ਗਏ, ਤੇ ਸਮਝ ਲਓ ਅਸੀਂ ਬਰਕਤ ਤੋਂ ਵਾਂਝੇ ਰਹਿ ਜਾਵਾਂਗੇ। ਹਾਲੇਲੂਇਆ, ਹਾਲੇਲੂਇਆ। ਬਰਕਤ ਤੋਂ ਵਾਂਝੇ ਨਹੀਂ ਰਹਿਣਾ, ਬਲਕਿ ਬਰਕਤ ਨੂੰ ਅਸੀਂ ਪ੍ਰਾਪਤ ਕਰਨਾ ਆ, ਅਸੀਂ ਅੱਗੇ ਵਧਣਾ ਆ। ਤਦ ਜਾ ਕੇ ਖੁਦਾ ਦੀਆਂ ਪ੍ਰਤਿਗਿਆ ਸਾਡੇ ਜੀਵਨ 'ਚ ਪੂਰੀਆਂ ਹੋਣਗੀਆਂ। ਇਸ ਲਈ ਜਿੱਦਾਂ ਦੀ ਵੀ ਸਥਿਤੀ ਆਉਂਦੀ ਆ, ਸਾਡੇ ਲਈ ਜ਼ਰੂਰੀ ਆ ਵੀ ਅਸੀਂ ਖੜੇ ਰਹੀਏ। ਇਸ ਲਈ ਪਰਮੇਸ਼ਰ ਦਾ ਵਚਨ ਯਾਕੂਬ ਦੀ ਪੱਤਰੀ 1 ਅਧਿਆਇ ਦੀ 12 ਆਇਤ ਪੜ੍ਹੀਏ, ਧਿਆਨ ਨਾਲ ਸੁਣੀਏ। ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ, ਜਿਹੜਾ ਸਥਿਤੀ ਦੁੱਖ ਤੇ ਕਸ਼ਟ ਮੁਸੀਬਤ ਨੂੰ ਸਹਿ ਲੈਂਦਾ ਆ, ਉਹਦੇ 'ਚ ਖੜਾ ਰਹਿੰਦਾ ਆ, ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਰਹਿੰਦਾ ਆ। ਉਹਦੇ ਲਈ ਬਹੁਤ ਵੱਡੀ ਪ੍ਰਤਿਗਿਆ ਆ। ਇਹਨਾਂ ਜ਼ਿੰਦਗੀਆਂ ਦੇ ਲਈ ਧੰਨ ਹੈ ਉਹ ਜੀਵਨ, ਮੁਬਾਰਕ ਹੈ ਉਹ ਜ਼ਿੰਦਗੀਆਂ। ਹਾਂਜੀ, ਕਿਉਂਕਿ ਜਾਂ ਖਰਾ ਨਿਕਲਿਆ, ਜਦੋਂ ਖਰਾ ਨਿਕਲਿਆ ਤਾਂ ਉਹਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ, ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨਾਲ ਵਾਅਦਾ ਕੀਤਾ ਹੈ। ਲਓ ਜੀ, ਇਹ ਸਭ ਤੋਂ ਵੱਡੀ ਗੱਲ ਹੈ, ਜੀਵਨ ਦਾ ਮੁਕਟ, ਹਮੇਸ਼ਾ ਦੀ ਜ਼ਿੰਦਗੀ। ਇਹਦਾ ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਆ। ਜਦੋਂ ਖਰੇ ਨਿਕਲੋਗੇ, ਜਦੋਂ ਵਿਦਿਆਰਥੀ ਦਾ ਚੰਗਾ ਰਿਜ਼ਲਟ ਆਵੇਗਾ, ਜਦੋਂ ਮਸੀਹੀ ਜ਼ਿੰਦਗੀ 'ਚ ਅਸੀਂ ਬਣੇ ਰਵਾਂਗੇ, ਤੇ ਜੇ ਸਥਿਤੀਆਂ ਹਾਲਾਤ ਦੇਖ ਕੇ ਅਸੀਂ ਬਹਿ ਗਏ, ਕਮਜ਼ੋਰ ਪੈ ਗਏ, ਤੇ ਫਿਰ ਅਸੀਂ ਜੀਵਨ ਦੇ ਮੁਕਤ ਦੇ ਹੱਕਦਾਰ ਨਹੀਂ ਬਣ ਸਕਦੇ। ਫਿਰ ਅਸੀਂ ਪਰਮੇਸ਼ਰ ਦੀ ਕਿਰਪਾ ਦੇ ਹੱਕਦਾਰ ਨਹੀਂ ਬਣ ਸਕਦੇ। ਇਸ ਲਈ ਹਰ ਸਥਿਤੀ ਦੇ ਵਿੱਚ ਸਾਡੇ ਲਈ ਪਰਮੇਸ਼ਰ ਦੇ ਵਚਨ 'ਚ ਖੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਖੁਦਾ ਸਾਡੀ ਮੁਹੱਬਤ ਵੇਖਦਾ, ਸਾਡਾ ਪ੍ਰੇਮ ਵੇਖਦਾ ਆ। ਪਰਮੇਸ਼ਰ ਸਾਡੀ ਅੰਦਰਲੀ ਹਾਲਤ ਵੇਖਦਾ ਆ, ਅਸੀਂ ਖੁਦਾ ਨੂੰ ਕਿੰਨਾ ਪਿਆਰ ਕਰਦੇ ਹਾਂ ਕਿ ਅਸੀਂ ਦੁੱਖ ਦੇ ਵਿੱਚ ਖੜੇ ਰਹਿੰਦੇ ਹਾਂ, ਮੁਸੀਬਤ 'ਚ ਖੜੇ ਰਹਿੰਦੇ ਹਾਂ, ਮੁਸ਼ਕਲਾਂ ਪਰੇਸ਼ਾਨੀਆਂ 'ਚ ਖੜੇ ਰਹਿੰਦੇ ਹਾਂ, ਕਿ ਅਸੀਂ ਮੀਂਹ ਹਨੇਰੀ ਝੱਖੜ 'ਚ ਖੜੇ ਰਹਿੰਦੇ ਹਾਂ, ਜਾਂ ਬਾਰਿਸ਼ ਦੇਖ ਕੇ ਹੀ ਅਸੀਂ ਘਬਰਾ ਜਾਂਦੇ ਹਾਂ ਵੀ ਬਾਰਿਸ਼ ਆ ਗਈ ਆ ਤੇ ਅੱਜ ਤਾਂ ਨਾ ਹੀ ਜਾਈਏ ਤਾਂ ਚੰਗਾ ਆ। ਇਹਦਾ ਮਤਲਬ ਸਾਡੀ ਹਾਲਤ ਤਾਂ ਉਸ ਵਿਦਿਆਰਥੀ ਨਾਲੋਂ ਵੀ ਮਾੜੀ ਹੈ
ਜਿਹੜਾ ਇਹ ਸੋਚਦਾ ਵੀ ਅੱਜ ਤਾਂ ਮੀਂਹ ਪੈਣ ਲੱਗ ਪਿਆ ਤੇ ਅੱਜ ਸਕੂਲੇ ਨਹੀਂ ਜਾਣਾ। ਬਹੁਤ ਸਾਰੇ ਮੌਸਮ ਦੇਖ ਕੇ ਹੀ ਆਪਣਾ ਵਿਸ਼ਵਾਸ ਗਵਾ ਦਿੰਦੇ ਨੇ। ਇਹਨਾਂ ਸਥਿਤੀਆਂ ਦੇ ਵਿੱਚ ਹੀ ਸਾਡੇ ਵਿਸ਼ਵਾਸ ਦੀ, ਸਾਡੇ ਪ੍ਰੇਮ ਦੀ ਪਰਖ ਹੋਣੀ ਹੈ। ਜੇ ਅਸੀਂ ਖਰੇ ਨਿਕਲੇ ਫਿਰ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਬਣਾਂਗੇ। ਰਹੀ ਗੱਲ ਦੁਨੀਆ ਦੀਆਂ ਚੀਜ਼ਾਂ ਦੀ, ਪੁੱਤਰਾਂ ਧੀਆਂ ਦੀ, ਪੈਸੇ ਟਕੇ ਦੀ, ਰੋਟੀ ਪਾਣੀ ਦੀ, ਇਹ ਤਾਂ ਜਿਹੜੇ ਝੁੱਗੀ ਝੌਂਪੜੀਆਂ 'ਚ ਰਹਿੰਦੇ ਆ ਉਹਨਾਂ ਦੇ ਕੋਲ ਵੀ ਹੈ। ਉਹਨਾਂ ਦੇ ਬੱਚੇ ਵੀ ਸਧਾਰਨ ਤਰੀਕੇ ਨਾਲ ਪੈਦਾ ਹੁੰਦੇ ਆ, ਨੰਗੇ ਪੈਰੀਂ, ਨੰਗੇ ਕੱਪੜਿਆਂ ਤੋਂ ਬਿਨਾਂ ਹੀ ਪਲ ਜਾਂਦੇ ਆ। ਉਹ ਵੀ ਰੋਟੀ ਖਾਂਦੇ ਨੇ। ਗੱਲ ਮਸੀਹੀ ਜ਼ਿੰਦਗੀ ਦੇ ਵਿੱਚ ਆ ਕੇ ਦੁਨੀਆ ਦੀ ਚੀਜ਼ਾਂ ਦੇ ਨਾਲ ਨਹੀਂ ਅਸੀਂ ਪਰਮੇਸ਼ਰ ਦੀ ਮੁਹੱਬਤ ਦੀ ਤੁਲਨਾ ਕਰਨੀ, ਬਲਕਿ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਸਾਡੇ ਨਾਲ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਕੀਤਾ ਹੈ। ਹਮੇਸ਼ਾ ਦੀ ਜ਼ਿੰਦਗੀ ਨੂੰ ਹੱਥ ਪਾਈਏ, ਪਰਮੇਸ਼ਰ ਦੇ ਨਾਲ ਐਸੀ ਪ੍ਰਤੀਤ ਕਰੀਏ, ਐਸੀ ਉਹਦੇ ਨਾਲ ਪ੍ਰੀਤ ਲਾਈਏ। ਇਸੇ ਲਈ ਯਾਕੂਬ ਬਿਆਨ ਕਰਦਾ ਆ, ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ। ਉਹ ਧੰਨ ਹੈ ਮਨੁੱਖ ਜਿਹੜਾ ਸਥਿਤੀ ਤੇ ਹਾਲਾਤ ਵਿੱਚ ਖੜਾ ਰਹਿੰਦਾ ਆ। ਹਾਂਜੀ, ਕਿਉਂਕਿ ਜਾਂ ਖਰਾ ਨਿਕਲਿਆ, ਜਦੋਂ ਉਹ ਖਰਾ ਨਿਕਲਿਆ ਤਾਂ ਉਹਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ, ਜ਼ਿੰਦਗੀ ਦਾ ਮੁਕਟ ਪ੍ਰਾਪਤ ਹੋਵੇਗਾ, ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨਾਲ ਵਾਅਦਾ ਕੀਤਾ ਜਿਹਦਾ ਹੈ। ਪ੍ਰਭੂ ਨੇ ਆਪਣੇ ਪ੍ਰੇਮੀਆਂ, ਉਪਾਸਕਾਂ ਤੇ ਵਿਸ਼ਵਾਸੀਆਂ, ਰਾਸਤਬਾਜ਼ਾਂ ਨਾਲ, ਧਰਮੀਆਂ ਦੇ ਨਾਲ ਵਾਅਦਾ ਕੀਤਾ ਆ ਹਮੇਸ਼ਾ ਦੀ ਜ਼ਿੰਦਗੀ ਦਾ। ਪਰਮੇਸ਼ਰ ਨੇ ਵਾਅਦਾ ਕੀਤਾ ਹਮੇਸ਼ਾ ਦੀ ਜ਼ਿੰਦਗੀ ਦਾ। ਯਹੰਨਾ ਦੀ ਅੰਜੀਲ 3 ਅਧਿਆਇ ਉਹਦੀ 16 ਐਤ ਪੜ੍ਹੀਏ। ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ, ਕਿਉਂਕਿ ਪਰਮੇਸ਼ਰ ਨੇ ਦੁਨੀਆ ਨੂੰ ਅਜਿਹਾ ਅਨੋਖਾ ਪਿਆਰ ਕੀਤਾ, ਜੋ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਜੋ ਨੇ ਆਪਣਾ ਇੱਕਮਾਤਰ ਪੁੱਤਰ ਸੰਸਾਰ ਲਈ ਦੇ ਦਿੱਤਾ, ਤਾਂ ਜੋ ਹਰੇਕ ਜੋ ਸੋ ਤੇ ਨਿਸ਼ਚਾ ਕਰੇ, ਹਰੇਕ ਜਿਹੜਾ ਨਿਸ਼ਚਾ ਕਰੇ ਨਾਸ਼ ਨਾ ਹੋਵੇ, ਉਹ ਨਾਸ਼ ਨਾ ਹੋਵੇ, ਪਰ ਸਦੀਪਕ ਜੀਵਨ ਪਾਵੇ। ਜਿਹੜਾ ਨਿਸ਼ਚਾ ਕਰੇ ਉਹ ਕਿਹੜੀ ਜ਼ਿੰਦਗੀ ਪ੍ਰਾਪਤ ਕਰੇਗਾ? ਹਮੇਸ਼ਾ ਦੀ ਜ਼ਿੰਦਗੀ, ਸਦੀਪਕ ਜੀਵਨ। ਉਹ ਜ਼ਿੰਦਗੀ ਜਿਹਨੇ ਖਤਮ ਨਹੀਂ ਹੋਣਾ, ਉਹ ਆਨੰਦ ਜਿਹਨੇ ਕਦੀ ਖਤਮ ਨਹੀਂ ਹੋਣਾ, ਉਹ ਸ਼ਾਂਤੀ ਜਿਹਨੇ ਕਦੀ ਅਲੋਪ ਨਹੀਂ ਹੋਣਾ। ਜਿਹੜਾ ਨਿਸ਼ਚਾ ਕਰੇ ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰੇਗਾ, ਸਦੀਪਕ ਜੀਵਨ। ਪਰਮੇਸ਼ਰ ਨੇ ਇਹ ਵਾਅਦਾ ਕੀਤਾ ਆ ਸਾਡੇ ਨਾਲ, ਜਿਹੜੇ ਹਰ ਸਥਿਤੀ, ਹਰ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹੱਥ ਦਿੰਦੇ ਆ, ਜਿਹੜੇ ਪਰਮੇਸ਼ਰ ਦੇ ਵਚਨ ਦੀ ਗਹਿਰਾਈ ਨੂੰ, ਭੇਤ ਨੂੰ ਸਮਝ ਲੈਂਦੇ ਆ, ਉਹ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਦੇ ਆ। ਔਰ ਹਮੇਸ਼ਾ ਦੀ ਜ਼ਿੰਦਗੀ, ਸਦੀਪਕ ਜੀਵਨ, ਮੁਕਤੀ ਤੇ ਛੁਟਕਾਰੇ ਲਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਆ। ਰਹੀ ਗੱਲ ਇਹ ਸਰੀਰ ਤੇ ਸਰੀਰ ਦੇ ਨਾਲ ਜੁੜੀਆਂ ਸਾਰੀਆਂ ਲੋੜਾਂ, ਜ਼ਰੂਰਤਾਂ, ਇਹ ਤਾਂ ਪਰਮੇਸ਼ਰ ਨੇ ਆਪਣੇ ਆਪ ਸਾਡੀਆਂ ਪੂਰੀਆਂ ਕਰਨੀਆਂ ਆ। ਇਹ ਤਾਂ ਫਰੀ ਦੇ ਵਿੱਚ ਸਾਨੂੰ ਸਭ ਕੁਝ ਮਿਲਣਾ ਆ। ਇਹ ਤਾਂ ਖੁਦਾ ਨੇ ਆਪਣੀ ਰਹਿਮਤ ਸਾਡੇ ਤੇ ਕਰਨੀ ਹੀ ਕਰਨੀ ਆ। ਪਰ ਅਸਲੀ ਗੱਲ ਹੈ ਕਿ ਪਰਮੇਸ਼ਰ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ, ਸਦੀਪਕ ਜੀਵਨ ਦੇਣ ਦੇ ਲਈ ਆਪਣੇ ਪੁੱਤਰ ਯੀਸ਼ੂ ਨੂੰ ਕੁਰਬਾਨ ਕਰ ਦਿੱਤਾ ਤੇ ਸਾਨੂੰ ਬੁਲਾਇਆ ਤੇ ਸੱਦਿਆ ਆ। ਉਹ ਜੀਵਨ ਦਾ ਮੁਕਟ ਜੇ ਖਰੇ ਨਿਕਲੇ, ਜੇ ਹਰ ਸਥਿਤੀ, ਹਰ ਹਾਲਾਤ ਦੇ ਵਿੱਚ ਖੜੇ ਰਹੇ, ਤੇ ਫਿਰ ਜੀਵਨ ਦੇ ਮੁਕਟ ਦੇ ਹੱਕਦਾਰ ਬਣਾਂਗੇ। ਐਡੀ ਵੱਡੀ ਪਰਮੇਸ਼ਰ ਦੀ ਪ੍ਰਤਿਗਿਆ ਆ। ਜਿਹੜੇ ਨਿਸ਼ਚਾ ਕਰਦੇ ਨੇ ਉਹ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਦੇ ਨੇ। ਇਸ ਲਈ ਸਾਡੀ ਨਿਸ਼ਚਾ ਸਰੀਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਸਾਡੀ ਨਿਸ਼ਚਾ
ਲੋੜਾਂ ਜ਼ਰੂਰਤਾਂ ਤੱਕ ਨਹੀਂ ਰਹਿਣੀ ਚਾਹੀਦੀ। ਸਾਡੀ ਨਿਹਚਾ ਸਰੀਰ ਦੀਆਂ ਇੱਛਾਵਾਂ ਤੋਂ ਉੱਪਰ ਉੱਠਣੀ ਚਾਹੀਦੀ ਹੈ। ਸਾਡੀ ਪ੍ਰੀਤ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਨਾਲ ਹੋਣੀ ਚਾਹੀਦੀ ਹੈ। ਜਦੋਂ ਸਾਡੀ ਪ੍ਰੀਤ, ਸਾਡੀ ਨਿਹਚਾ ਸਰੀਰ ਦੀਆਂ ਇੱਛਾਵਾਂ ਤੋਂ ਉੱਪਰ ਉੱਠ ਕੇ ਹੋਵੇਗੀ, ਫਿਰ ਤੁਸੀਂ ਜੀਵਨ ਦੇ ਅਸਲੀ ਆਨੰਦ ਨੂੰ ਪ੍ਰਾਪਤ ਕਰੋਗੇ। ਫਿਰ ਪਰਮੇਸ਼ਰ ਆਪਣੀ ਦਇਆ ਤੁਹਾਡੇ ਉੱਤੇ ਬਹਾਲ ਕਰੇਗਾ। ਉਹ ਤੁਹਾਨੂੰ ਆਪਣੀਆਂ ਰਹਿਮਤਾਂ ਦੇ ਨਾਲ ਭਰੇਗਾ। ਇਸ ਲਈ ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ ਆ। ਪੜ੍ਹੀਏ, ਧਿਆਨ ਦੇ ਨਾਲ ਸੁਣੀਏ ਇਸ ਆਇਤ ਨੂੰ। ਹਾਂਜੀ। ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ, ਜੋ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਬਈ ਆਪਣਾ ਇੱਕਮਾਤਰ ਪੁੱਤਰ ਸੰਸਾਰ ਲਈ, ਮੇਰੇ ਤੇ ਤੁਹਾਡੇ ਲਈ ਦੇ ਦਿੱਤਾ, ਤਾਂ ਜੋ ਹਰੇਕ ਜੋ ਸੋ ਤੇ ਨਿਹਚਾ ਕਰੇ, ਲਓ ਜੀ ਧਿਆਨ ਨਾਲ ਸੁਣੀਏ, ਹਰੇਕ ਜਿਹੜਾ ਵਿਸ਼ਵਾਸ ਕਰੇ ਨਾਸ਼ ਨਾ ਹੋਵੇ, ਉਹ ਨਾਸ਼ ਨਾ ਹੋਵੇ, ਪਰ ਸਦੀਪਕ ਜੀਵਨ ਪਾਵੇ। ਹਮੇਸ਼ਾ ਦੀ ਜ਼ਿੰਦਗੀ। ਨਾ ਕਮਲਾਉਣ ਵਾਲਾ ਮੁਕਟ। ਧਨ ਹੈ ਜਦੋਂ ਯਾਕੂਬ ਕਹਿੰਦਾ ਖਰਾ ਨਿਕਲਿਆ ਤੇ ਜੀਵਨ ਦਾ ਉਹ ਮੁਕਟ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ, ਜਿਹੜਾ ਖਤਮ ਨਹੀਂ ਹੋਣ ਵਾਲਾ। ਪਰ ਉਹਨਾਂ ਨੂੰ ਜਿਹੜੇ ਸਾਰੀਆਂ ਸਥਿਤੀਆਂ ਦੇ ਵਿੱਚ ਖੜੇ ਰਹਿੰਦੇ ਨੇ, ਹਰ ਹਾਲਾਤ ਦੇ ਵਿੱਚ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਬਣਾਈ ਰੱਖਦੇ ਨੇ। ਕਨਾਨ ਦੀ ਧਰਤੀ ਤੇ ਪਹੁੰਚਣ ਵਾਲੇ ਬਿਰਲੇ ਸੀ, ਥੋੜੇ ਸੀ, ਜਿਨ੍ਹਾਂ ਨੇ ਸਾਰੀਆਂ ਸਥਿਤੀਆਂ, ਸਾਰੇ ਹਾਲਾਤਾਂ ਨੂੰ ਝੱਲ ਲਿਆ। ਉਹ ਵਾਅਦੇ ਵਾਲੀ ਧਰਤੀ ਦੇ ਵਾਰਿਸ ਬਣ ਗਏ। ਹਮੇਸ਼ਾ ਦੀ ਜ਼ਿੰਦਗੀ ਦੇ ਵਾਰਿਸ ਵੀ ਉਹੀ ਬਣਨਗੇ ਜਿਹੜੇ ਹਰ ਸਥਿਤੀ ਦੇ ਵਿੱਚ ਖੜੇ ਰਹਿਣਗੇ, ਜਿਹੜੇ ਸਰੀਰ ਦੀਆਂ ਇੱਛਾਵਾਂ ਤੋਂ ਉੱਪਰ ਉੱਠ ਕੇ ਪਰਮੇਸ਼ਰ ਤੇ ਨਿਹਚਾ ਕਰਦੇ ਆ ਤੇ ਉਹਦੇ ਨਾਲ ਪ੍ਰੀਤ ਲਾਉਂਦੇ ਆ। ਇਸ ਲਈ ਪਤਰਸ ਬਿਆਨ ਕਰਦਾ, ਆਪਣੀ ਸਾਰੀ ਚਿੰਤਾ ਉਹਦੇ ਤੇ ਸੁੱਟ ਛੱਡੋ, ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਤੇ ਤੁਹਾਡਾ ਵਿਰੋਧੀ ਸ਼ੈਤਾਨ ਭੁੱਖੇ ਸ਼ੇਰ ਦੀ ਤਰ੍ਹਾਂ ਦੌੜਾ ਫਿਰਦਾ, ਬਈ ਕਿਹਨੂੰ ਮੈਂ ਪਾੜ ਕੇ ਖਾਵਾਂ, ਭਾਵ ਕਿਹਨੂੰ ਚਿੰਤਾ 'ਚ ਡੋਬ ਦਿਆਂ। ਹਾਲੇਲੂਇਆ, ਹਾਲੇਲੂਇਆ। ਇਸ ਲਈ ਪਤਰਸ ਬਿਆਨ ਕਰਦਾ, ਪਹਿਲਾ ਪਤਰਸ 1 ਅਧਿਆਏ ਉਹਦੀ 9 ਐਤ ਪੜ੍ਹੀਏ, ਫਿਰ ਅਸੀਂ ਉਹਦੀ 7 ਐਤ ਪੜਾਂਗੇ। ਹਾਂਜੀ। ਅਤੇ ਆਪਣੀ ਨਿਹਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ। ਲਓ ਜੀ ਧਿਆਨ ਨਾਲ ਸੁਣੀਏ। ਅਸੀਂ ਯਹੰਨਾ ਦੀ ਅੰਜੀਲ 3 ਅਧਿਆਏ ਉਹਦੀ 16 ਐਤ ਪੜ੍ਹੀ ਹੈ। ਜਿਹੜਾ ਵਿਸ਼ਵਾਸ ਕਰੇ ਨਾਸ਼ ਨਾ ਹੋਵੇ, ਬਲਕਿ ਸਦੀਪਕ ਜੀਵਨ ਪ੍ਰਾਪਤ ਕਰੇ। ਯਹੰਨਾ ਪ੍ਰਭੂ ਯੀਸ਼ੂ ਦਾ ਚੇਲਾ ਸਦੀਪਕ ਜੀਵਨ ਦੀ ਗੱਲ ਕਰਦਾ ਆ। ਸਾਡੀ ਨਿਹਚਾ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਲੈ ਕੇ ਆਉਂਦੀ ਹੈ। ਅਸੀਂ ਇਸੇ ਲਈ ਨਿਹਚਾ ਕਰਦੇ ਹਾਂ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਨਾ ਆ। ਔਰ ਪਤਰਸ ਵੀ ਉਸੇ ਗੱਲ ਨੂੰ ਬਿਆਨ ਕਰਦਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ 9 ਐਤ। ਹਾਂਜੀ। ਅਤੇ ਆਪਣੀ ਨਿਹਚਾ ਦਾ ਫਲ, ਨਿਹਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ। ਅਰਥਾਤ ਜਾਨਾਂ ਦਾ ਛੁਟਕਾਰਾ ਪ੍ਰਾਪਤ ਕਰਦੇ ਹੋ। ਨਿਹਚਾ ਦਾ ਫਲ ਕੀ ਹੈ? ਜਾਨਾਂ ਦੀ ਮੁਕਤੀ, ਛੁਟਕਾਰਾ, ਹਮੇਸ਼ਾ ਦੀ ਜ਼ਿੰਦਗੀ। ਪਤਰਸ ਇਸ ਗੱਲ ਨੂੰ ਬਿਆਨ ਕਰਦਾ, ਇਸ ਲਈ ਆਖਦਾ ਆਪਣੀ ਸਾਰੀ ਚਿੰਤਾ ਉਹਦੇ ਤੇ ਸੁੱਟ ਦਿਓ ਕਿ ਚਿੰਤਾ ਦੇ ਵਿੱਚ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਵਾਂਝੇ ਨਾ ਰਹਿ ਜਿਓ। ਇਸ ਲਈ ਉਹ ਪਤਰਸ ਬਿਆਨ ਕਰਦਾ ਆ। ਇਹਦੀ 7 ਐਤ ਵੀ ਪੜ੍ਹੀਏ, ਧਿਆਨ ਨਾਲ ਸੁਣੀਏ। ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ, ਤੁਹਾਡੀ ਪਰਖੀ ਹੋਈ ਨਿਹਚਾ, ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਅੱਗ ਵਿੱਚ ਧਾਇਆ ਵੀ ਜਾਵੇ, ਅਤ ਭਾਰੇ ਮੁੱਲ ਦੀ ਹੈ। ਪਰਖੀ ਹੋਈ ਨਿਹਚਾ ਦੀ ਕੀਮਤ ਵੱਡੀ ਆ। ਜਿਹੜੀ ਨਿਹਚਾ ਪਰਖੀ ਜਾਂਦੀ ਹੈ, ਜੇ ਅਸੀਂ ਨਿਹਚਾ ਕਰਦੇ ਹਾਂ ਤੇ ਸਾਡੀ ਨਿਹਚਾ ਦੀ ਪਰਖ ਵੀ ਹੋਣੀ ਹੈ ਕਿ ਵਾਕਈ ਸਾਡੀ ਨਿਹਚਾ ਸਹੀ ਆ ਜਾਂ ਸਾਡੀ ਨਿਹਚਾ ਲੋੜਾਂ ਜ਼ਰੂਰਤਾਂ ਤੱਕ ਹੈ,
ਜਾਂ ਸਾਡੀ ਨਿਸ਼ਚਾ ਸਰੀਰ ਤੱਕ ਹੈ, ਜਾਂ ਸਾਡੀ ਨਿਸ਼ਚਾ ਸਰੀਰ ਨਾਲ ਜੁੜੀਆਂ ਬਰਕਤਾਂ ਤੱਕ ਵਾ, ਜਾਂ ਸਾਡੀ ਨਿਸ਼ਚਾ ਪ੍ਰੇਮ ਵਿੱਚ ਬਦਲ ਗਈ ਹੈ। ਸਾਡੀ ਨਿਸ਼ਚਾ ਦੀ ਪਰਖ ਹੋਣੀ ਆ। ਹਾਲਾਤ ਤੇ ਸਥਿਤੀਆਂ ਨੇ ਸਾਡੀ ਨਿਸ਼ਚਾ ਦੀ ਪਰਖ ਕਰਨੀ ਹੀ ਕਰਨੀ ਹੈ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਸਟੂਡੈਂਟ ਦੀ ਪ੍ਰੀਖਿਆ ਹੁੰਦੀ ਹੈ, ਟੀਚਰ ਪ੍ਰੀਖਿਆ ਲੈਂਦਾ ਆ, ਇਮਤਿਹਾਨ ਲੈਂਦਾ ਆ ਬਈ ਇਹ ਪੜ੍ਹਦੇ ਵੀ ਆ ਜਾਂ ਨਹੀਂ ਪੜ੍ਹਦੇ, ਇਹਨਾਂ ਦਾ ਧਿਆਨ ਵੀ ਹੈ ਸਿੱਖਿਆ ਵੱਲ ਜਾਂ ਨਹੀਂ ਹੈ। ਇਮਤਿਹਾਨ ਹੁੰਦਾ ਹੀ ਇਸੇ ਲਈ ਹੈ, ਚੈੱਕ ਕਰਨ ਦੇ ਲਈ, ਪਰਖਣ ਦੇ ਲਈ, ਜਾਂਚਣ ਦੇ ਲਈ, ਨਾਪਣ ਵਾਸਤੇ। ਇਸ ਲਈ ਸਾਡੀ ਨਿਸ਼ਚਾ ਦੀ ਪਰਖ ਹੋਣੀ ਹੀ ਹੋਣੀ ਹੈ ਕਿ ਸਾਡੀ ਨਿਸ਼ਚਾ ਸਰੀਰਕ ਹੈ ਜਾਂ ਸਾਡੀ ਨਿਸ਼ਚਾ ਆਤਮਕ ਹੈ। ਸਾਡੀ ਨਿਸ਼ਚਾ ਸਰੀਰ ਤੱਕ ਸੀਮਤ ਹੈ ਜਾਂ ਸਾਡੀ ਨਿਸ਼ਚਾ ਸਰੀਰ ਦੀਆਂ ਛਾਵਾਂ ਤੋਂ ਉੱਪਰ ਉੱਠ ਗਈ ਹੈ। ਇਹ ਪਰਖ ਦਾ ਲਾਂਭੂ ਹਰ ਜ਼ਿੰਦਗੀ 'ਚ ਲੱਗਣਾ ਹੀ ਲੱਗਣਾ ਆ। ਪ੍ਰਭੂ ਯਿਸੂ ਮਸੀਹ ਸਥਿਤੀ ਵੈਦੀ ਗੁਜ਼ਰਿਆ, ਉਹ ਸਫਲ ਹੋਇਆ, ਜਿਸ ਕਾਰਨ ਉਹ ਸਾਡੇ ਲਈ ਸਿਫਾਰਿਸ਼ ਕਰਦਾ ਆ। ਇਸ ਲਈ ਪਤਰਸ ਬਿਆਨ ਕਰਦਾ, ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਤਾਂ ਜੋ ਤੁਹਾਡੀ ਪਰਖੀ ਹੋਈ ਨਿਸ਼ਚਾ, ਤੁਹਾਡੀ ਪਰਖੀ ਹੋਈ ਨਿਸ਼ਚਾ, ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ, ਜਿਹੜੀ ਨਾਸ਼ ਹੋਣ ਵਾਲੇ ਸੋਨੇ ਨਾਲੋਂ, ਭਾਵੇਂ ਅੱਗ ਵਿੱਚ ਤਾਇਆ ਵੀ ਜਾਵੇ, ਭਾਵੇਂ ਸੋਨਾ ਅੱਗ ਵਿੱਚ ਤਾਇਆ ਵੀ ਜਾਵੇ, ਅਤ ਭਾਰੇ ਮੁੱਲ ਦੀ ਹੈ। ਹਾਂ, ਨਿਸ਼ਚਾ ਦੀ ਕੀਮਤ ਵੱਡੀ ਹੈ। ਜੇ ਨਿਸ਼ਚਾ 'ਚ ਤੁਸੀਂ ਖਰੇ ਨਿਕਲੇ, ਜੇ ਨਿਸ਼ਚਾ 'ਚ ਤੁਸੀਂ ਪਾਸ ਹੋ ਗਏ, ਫਿਰ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਨਾ ਆ। ਫਿਰ ਜਿਹਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਤੇ ਬੁਲਾਇਆ ਆ, ਉਹ ਯੋਜਨਾ ਤੁਹਾਡੇ ਜੀਵਨ 'ਚ ਪੂਰੀ ਹੋਵੇਗੀ। ਇਸ ਲਈ ਪਰਮੇਸ਼ਰ ਨੇ ਅਬਰਾਹਮ ਨੂੰ ਵੀ ਪਰਖਿਆ। ਕਲਾਮ ਬਿਆਨ ਕਰਦਾ ਆ, ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ। ਉਤਪਤੀ ਪੁਸਤਕ 22 ਅਧਿਆਏ, ਉਹਦੀ ਪਹਿਲੀ ਤੇ ਦੂਸਰੀ ਐਤ। ਇਹਨਾਂ ਗੱਲਾਂ ਦੇ ਪਿੱਛੋਂ ਐ ਹੋਇਆ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ ਹਾਂ, ਅਤੇ ਉਸ ਨੂੰ ਆਖਿਆ, ਅਤੇ ਉਸ ਨੂੰ ਆਖਿਆ, ਹੇ ਅਬਰਾਹਮ। ਹੇ ਅਬਰਾਹਮ। ਅੱਗੋਂ ਉਸ ਨੇ ਆਖਿਆ, ਅੱਗਿਓਂ ਨੇ ਆਖਿਆ, ਮੈਂ ਹਾਜ਼ਰ ਹਾਂ। ਮੈਂ ਹਾਜ਼ਰ ਹਾਂ। ਤਾਂ ਉਸ ਨੇ ਆਖਿਆ, ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ ਆਪਣੇ ਇਕਲੌਤੇ ਨੂੰ, ਆਪਣੇ ਇਕਲੌਤੇ ਨੂੰ, ਜਿਸ ਨੂੰ ਤੂੰ ਪਿਆਰ ਕਰਦਾ ਹੈ, ਜਿਹਨੂੰ ਤੂੰ ਪਿਆਰ ਕਰਦਾ ਆ, ਅਰਥਾਤ ਇਸਹਾਕ ਨੂੰ ਲੈ ਕੇ, ਅਰਥਾਤ ਇਸਹਾਕ ਨੂੰ ਲੈ ਕੇ, ਮੋਰੀਆ ਦੀ ਧਰਤੀ ਨੂੰ ਜਾ, ਮੋਰੀਆ ਦੀ ਧਰਤੀ ਨੂੰ ਜਾ, ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ, ਉਸ ਨੂੰ ਹੋਮ ਦੀ ਬਲੀ ਕਰਕੇ ਚੜਾ। ਜਿਹੜੀ ਜਗ੍ਹਾ ਮੈਂ ਤੈਨੂੰ, ਜਿਹੜਾ ਪਹਾੜ ਦੱਸਾਂਗਾ, ਮੋਰੀਆ ਦੀ ਧਰਤੀ ਤੇ ਪਹਾੜ ਬਹੁਤ ਸੀ, ਅਣਗਿਣਤ ਸੀ, ਪਰ ਜਿਹੜਾ ਪਹਾੜ, ਜਿਹੜੀ ਥਾਂ ਮੈਂ ਤੈਨੂੰ ਦੱਸਾਂ, ਤੂੰ ਉੱਥੇ ਉਹਦੀ ਕੁਰਬਾਨੀ ਦੇ। ਜਿਹਨੂੰ ਤੂੰ ਪਿਆਰ ਕਰਦਾ ਆ, ਉਹ ਪਰਖ ਦੇ ਵਿੱਚ ਖਰਾ ਨਿਕਲਿਆ। ਪਰਮੇਸ਼ਰ ਕਹਿੰਦਾ, ਜਿਹਨੂੰ ਤੂੰ ਪਿਆਰ ਕਰਦਾ ਆ। ਅਬਰਾਹਮ ਨੇ ਇਹ ਗੱਲ ਸਿੱਧ ਕਰ ਦਿੱਤੀ, ਪਰਮੇਸ਼ਰ, ਨਾ ਮੈਂ ਆਪਣੇ ਪੁੱਤਰ ਨੂੰ ਪਿਆਰ ਕਰਦਾ, ਨਾ ਮੈਂ ਦੁਨੀਆ ਦੀ ਕਿਸੇ ਚੀਜ਼ ਨੂੰ ਪਿਆਰ ਕਰਦਾ ਆ, ਮੈਂ ਓਨਲੀ ਸਿਰਫ ਤੈਨੂੰ ਪਿਆਰ ਕਰਦਾ ਹਾਂ। ਪਰਮੇਸ਼ਰ ਦੇ ਅੱਗੇ ਅਬਰਾਹਮ ਪਰਖ ਦੇ ਵਿੱਚ ਖਰਾ ਨਿਕਲਿਆ।
ਜਿਹੜੇ ਖਰੇ ਨਿਕਲਦੇ ਨੇ ਉਹ ਹਮੇਸ਼ਾ ਦੀ ਜ਼ਿੰਦਗੀ ਆਪ ਹੀ ਨਹੀਂ ਪਾਉਂਦੇ, ਬਲਕਿ ਪਰਮੇਸ਼ਰ ਉਹਨਾਂ ਨੂੰ ਸੰਸਾਰ ਲਈ ਬਰਕਤ ਦਾ ਕਾਰਨ ਬਣਾਉਂਦਾ ਆ। ਉਹ ਖੁਦਾ ਦੀ ਮੁਹੱਬਤ ਦੇ ਵਿੱਚ ਸਫਲ ਹੋਇਆ, ਜਿਹਦੇ ਕਾਰਨ ਪਰਮੇਸ਼ਰ ਨੇ ਫਿਰ ਉਸ ਨੂੰ ਇਹ ਗੱਲ ਕਹੀ। ਇਹਦੀ 15 ਐਤ ਪੜ੍ਹੀਏ, ਉਸ ਤੋਂ ਪਹਿਲਾਂ 13 ਐਤ ਪੜ੍ਹ ਦਈਏ। ਹਾਂਜੀ। ਜਦ ਅਬਰਾਹਮ ਨੇ ਆਪਣੀਆਂ ਅੱਖੀਆਂ ਚੁੱਕ ਕੇ ਡਿੱਠਾ, ਜਦੋਂ ਅਬਰਾਹਮ ਨੇ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਉਹਦੇ ਪਿੱਛੇ ਇੱਕ ਛਤਰਾ ਸੀ, ਉਹਦੇ ਪਿੱਛੇ ਇੱਕ ਛਤਰਾ ਸੀ, ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ। ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਮ ਗਿਆ ਔਰ ਛਤਰੀ ਨੂੰ ਫੜ ਕੇ ਲੈ ਆਂਦਾ। ਹਾਂ, ਉਸ ਲੇਲੇ ਨੂੰ ਫੜ ਕੇ ਲੈ ਆਇਆ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੁੰਮ ਦੀ ਬਲੀ ਚੜਾਇਆ। ਜਦੋਂ ਖਰਾ ਨਿਕਲਿਆ, ਸਫਲ ਨਿਕਲਿਆ, ਉਹਨੇ ਪ੍ਰੇਮ ਸਿੱਧ ਕਰ ਦਿੱਤਾ। ਪਰਮੇਸ਼ਰ, ਮੈਂ ਆਪਣੇ ਪੁੱਤਰ ਨੂੰ ਨਹੀਂ ਬਲਕਿ ਤੈਨੂੰ ਪਿਆਰ ਕਰਦਾ ਆ। ਮੈਂ ਆਪਣੇ ਪੁੱਤਰ ਨੂੰ ਨਹੀਂ ਬਲਕਿ ਤੇਰੇ ਵਚਨ ਨੂੰ ਪਹਿਲ ਦਿੰਦਾ ਆ। ਮੇਰੇ ਲਈ ਤੇਰਾ ਵਚਨ ਪਹਿਲਾਂ ਆ। ਤਦ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਕਿਹਾ, ਕਹਿੰਦਾ ਮੈਂ ਤੇਰਾ ਪਿਆਰ ਪਰਖ ਲਿਆ। ਜਦੋਂ ਅੱਖਾਂ ਚੱਕ ਕੇ ਡਿੱਠਾ ਤੇ ਝਾੜੀਆਂ 'ਚ ਇੱਕ ਲੇਲਾ ਆ। ਖੁਦਾ ਨੇ ਕਿਹਾ ਇਹਦੀ ਕੁਰਬਾਨੀ ਦੇ। ਪਰਮੇਸ਼ਰ ਨੇ ਉਹਦੇ ਪੁੱਤਰ ਦੀ ਕੁਰਬਾਨੀ ਲਈ ਨਹੀਂ। ਉਹ ਸਾਡੇ ਤੋਂ ਲੈਂਦਾ ਕੁਛ ਨਹੀਂ, ਉਹਦੇ ਉਲਟ ਉਹ ਤਾਂ ਸਾਨੂੰ ਬਦਲੇ 'ਚ ਦਿੰਦਾ ਆ। ਉਹਨੇ ਆਪਣੇ ਪੁੱਤਰ ਯੀਸ਼ੂ ਦੀ ਜਾਨ ਸਾਡੇ ਲਈ ਦੇ ਦਿੱਤੀ ਹੈ, ਤਾਂ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣੀਏ। ਸਿਰਫ ਪਰਮੇਸ਼ਰ ਤਾਂ ਅਬਰਾਹਮ ਨੂੰ ਚੈੱਕ ਕਰਦਾ ਸੀ ਤੇ ਉਹ ਚੈੱਕ ਤੇ ਪ੍ਰੀਖਿਆ ਦੇ ਵਿੱਚ ਉਹ ਸਫਲ ਹੋ ਗਿਆ, ਜਿਹਦੇ ਕਾਰਨ ਪਰਮੇਸ਼ਰ ਨੇ ਉਹਨੂੰ ਅਗਲੀ ਗੱਲ ਕਹੀ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਹਾਂਜੀ। ਫਿਰ ਯਹੋਵਾ ਦੇ ਦੂਤ ਨੇ ਆਕਾਸ਼ੋਂ ਅਬਰਾਹਮ ਨੂੰ ਦੂਜੀ ਵਾਰ ਸੱਦਿਆ ਅੱਗੇ ਅਤੇ ਆਖਿਆ, ਮੈਂ ਆਪ ਆਪਣੀ ਸਹੁੰ ਖਾਦੀ ਹੈ। ਹਾਂ, ਯਹੋਵਾ ਦਾ ਬਾਗ ਹੈ। ਹਾਂ, ਕਿਉਂ ਜੋ ਤੈਂ ਇਹ ਕੰਮ ਕੀਤਾ, ਤੈਂ ਇਹ ਕੰਮ ਕੀਤਾ ਆ, ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਆਪਣੇ ਪੁੱਤਰ ਸਗੋਂ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਧਿਆਨ ਨਾਲ ਸੁਣੀਏ। ਉਹ ਤੁਹਾਡੀ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਜਾਣਦਾ ਆ। ਪਰਮੇਸ਼ਰ ਇੱਥੇ ਅਬਰਾਹਮ ਨੂੰ ਕਹਿ ਰਿਹਾ ਆ, ਤੂੰ ਆਪਣੇ ਪੁੱਤਰ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਤੁਸੀਂ ਕਿੱਦਾਂ ਦੀ ਮੁਹੱਬਤ ਖੁਦਾ ਨਾਲ ਕਰਦੇ ਹੋ, ਕਿੱਦਾਂ ਦਾ ਈਮਾਨ ਪਰਮੇਸ਼ਰ ਤੇ ਰੱਖਦੇ ਹੋ, ਕਿਹੜੀ ਸਥਿਤੀ ਦੇ ਨਾਲ ਤੁਸੀਂ ਉਹਦੀ ਹਜ਼ੂਰੀ 'ਚ ਆਉਂਦੇ ਹੋ, ਕਿੰਨਾ ਪ੍ਰੇਮ ਕਰਦੇ ਹੋ। ਉਹ ਤੁਹਾਡੀ ਸਾਰੀ ਸਥਿਤੀ, ਸਾਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਆ। ਇਸੇ ਲਈ ਪਰਮੇਸ਼ਰ ਅਬਰਾਹਮ ਨੂੰ ਕਹਿ ਰਿਹਾ ਆ, ਤੂੰ ਆਪਣੇ ਪੁੱਤਰ ਸਗੋਂ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਜੇ ਇਕਲੌਤੇ ਦਾ ਸਰਫਾ ਨਹੀਂ ਕੀਤਾ ਤੇ ਪਰਮੇਸ਼ਰ ਫਿਰ ਹੁਣ ਉਹਦੇ ਨਾਲ ਅਗਲੀ ਗੱਲ ਕਰ ਰਿਹਾ ਆ, ਜਿਹੜੀ ਗੱਲ ਪਰਮੇਸ਼ਰ ਨੇ ਸ਼ੁਰੂਆਤ 'ਚ ਉਹਨੂੰ ਕਹੀ ਸੀ। ਸ਼ੁਰੂਆਤ 'ਚ ਕਹੀ ਸੀ, ਤੇਰੇ ਦੁਆਰਾ ਪ੍ਰਿਥਵੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ। ਪਰ ਜਦੋਂ ਸਫਲ ਹੋ ਗਿਆ, ਨਿਸ਼ਚੈ 'ਚ ਸਫਲ, ਪ੍ਰੇਮ 'ਚ ਸਫਲ, ਤੇ ਹੁਣ ਪਰਮੇਸ਼ਰ ਉਹਨੂੰ ਕਹਿ ਰਿਹਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ। ਹਾਂ, ਤੂੰ ਇਹ ਕੰਮ ਕੀਤਾ, ਹੁਣ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ, ਬਰਕਤ ਨਹੀਂ, ਬਰਕਤਾਂ ਤੇ ਬਰਕਤਾਂ ਦਿਆਂਗਾ। ਤਾਲੀ ਮਾਰੀਏ ਜ਼ੋਰ ਦੇ। ਬਹੁਵਚਨ, ਬਰਕਤਾਂ ਤੇ ਬਰਕਤਾਂ ਦਿਆਂਗਾ। ਜਦੋਂ ਅਸੀਂ ਈਮਾਨ 'ਚ ਖਰੇ ਨਿਕਲਦੇ ਹਾਂ, ਜਦੋਂ ਸਾਡਾ ਈਮਾਨ, ਸਾਡੀ ਨਿਸ਼ਚਾ ਪ੍ਰੇਮ ਵਿੱਚ ਬਦਲ ਜਾਂਦੀ ਹੈ, ਜਦੋਂ ਅਸੀਂ ਪਰਮੇਸ਼ਰ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਹਾਂ,
ਦੁੱਖ ਕਸ਼ਟ ਸਥਿਤੀਆਂ ਹਾਲਾਤਾਂ 'ਚ ਵੀ ਫਿਰ ਪਰਮੇਸ਼ਰ ਸਾਡੇ ਨਾਲ ਪ੍ਰਤਿਗਿਆ ਕਰਦਾ ਹੈ। ਫਿਰ ਉਹ ਆਪਣੇ ਵਾਅਦਿਆਂ ਨੂੰ ਸਾਡੇ ਜੀਵਨ 'ਚ ਪੂਰਾ ਕਰਦਾ ਆ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਹਾਂਜੀ। ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ, ਹਾਂ, ਅਤੇ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ, ਮੈਂ ਤੇਰੇ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ, ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅੱਤ ਵਧਾਵਾਂਗਾ। ਹਾਂ, ਕਿੰਨੀ ਵਧਾਵਾਂਗਾ? ਅੱਤ ਸ਼ਬਦ। ਅੱਤ ਸ਼ਬਦ ਜਿਹੜਾ ਓਨਲੀ ਸਰਵ ਸ਼ਕਤੀਮਾਨ ਪਰਮੇਸ਼ਰ ਲਈ ਵਰਤਿਆ ਜਾਂਦਾ। ਅੱਤ ਮਹਾਨ, ਅੱਤ ਵਧਾਵਾਂਗਾ ਜਿਹਦਾ ਗਿਣਤੀ ਨਹੀਂ ਹੋਵੇਗੀ। ਜਦੋਂ ਖਰਾ ਨਿਕਲਿਆ ਉਹਦਾ ਈਮਾਨ, ਉਹਦੀ ਨੇਚਾ, ਉਹਦਾ ਪ੍ਰੇਮ, ਇਹ ਬਹੁਤ ਵੱਡੀ ਪ੍ਰੀਖਿਆ ਸੀ ਅੱਗੇ। ਪਰ ਉਸ ਸਥਿਤੀ ਦੇ ਵਿੱਚ ਵੀ ਉਹਨੇ ਵਚਨ ਨੂੰ ਪਹਿਲ ਦਿੱਤੀ। ਅੱਗੇ, ਅਤੇ ਤੇਰੀ ਅੰਸ਼ ਆਪਣੇ ਬੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। ਹਾਂ, ਤੇਰੀ ਅੰਸ਼ ਬੈਰੀਆਂ ਦੇ ਫਾਟਕ ਤੇ ਕੀ ਕਰੇਗੀ? ਤੇਰੀ ਅੰਸ਼ ਦੀ ਫਤਿਹ ਹੋਵੇਗੀ। ਤਾਲੀ ਮਾਰੀਏ ਜ਼ੋਰ ਤੇ। ਜਿੱਦਾਂ ਤੂੰ ਫਤਿਹ ਪਾਈ ਆ ਨਾ, ਇਦਾਂ ਤੇਰੀ ਅੰਸ਼ ਵੀ ਫਤਿਹ ਪਾਵੇਗੀ ਦੁਸ਼ਮਣਾਂ ਤੇ। ਤੇਰੀ ਅੰਸ਼ ਨੂੰ ਵੀ ਮੈਂ ਪੀੜ੍ਹੀ ਦਰ ਪੀੜ੍ਹੀ ਆਪਣੀ ਕਿਰਪਾ ਬਹਾਲ ਕਰਾਂਗਾ। ਉਹ ਜ਼ਿੰਦਗੀਆਂ ਜਿਹੜੀਆਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਰਹਿੰਦੀਆਂ, ਉਹ ਜ਼ਿੰਦਗੀਆਂ ਜਿਹੜੀਆਂ ਸਾਰੀਆਂ ਸਥਿਤੀਆਂ, ਸਾਰੇ ਹਾਲਾਤਾਂ ਦੇ ਵਿੱਚ ਖੜੀਆਂ ਰਹਿੰਦੀਆਂ, ਜਿਹੜੀਆਂ ਆਪਣੀਆਂ ਮੁਸ਼ਕਲਾਂ, ਆਪਣੀਆਂ ਪਰੇਸ਼ਾਨੀਆਂ ਨੂੰ ਉਹਦੇ ਅੱਗੇ ਰੱਖ ਦਿੰਦੀਆਂ। ਇਸ ਲਈ ਇਬਰਾਨੀਆਂ ਦੀ ਪੁਸਤਕ ਵਾਰਾਂ ਦੇ ਆਇਓ ਦੀ ਪਹਿਲੀ ਆਇਤ ਪੜ੍ਹੀਏ। ਖੁਦਾ ਦਾ ਪਵਿੱਤਰ ਵਚਨ ਸਾਨੂੰ ਸਿਖਾਉਂਦਾ ਆ। ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ, ਇਹ ਗਵਾਹ ਆ ਜਿਹੜੇ ਨਿਸ਼ਚਾ 'ਚ ਸਫਲ ਹੋਏ, ਜਿਹੜੇ ਖੁਦਾ ਦੇ ਨਾਲ ਮੁਹੱਬਤ 'ਚ ਸਫਲ ਹੋਏ, ਜਿਨ੍ਹਾਂ ਨੇ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ, ਮੁਸ਼ਕਲਾਂ, ਪਰੇਸ਼ਾਨੀਆਂ ਸਾਰੀਆਂ ਨੂੰ ਖੁਦਾ ਦੇ ਅੱਗੇ ਰੱਖਿਆ, ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। ਹਾਂਜੀ, ਤਾਂ ਆਓ ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਹਾਲੇਲੂਇਆ। ਜਦੋਂ ਕਹਿੰਦਾ ਐਡੇ ਵੱਡੇ ਗਵਾਹਾਂ ਦੇ ਬੱਦਲ ਨੇ ਸਾਨੂੰ ਘੇਰਿਆ ਆ, ਇਹ ਗਵਾਹਾਂ ਦਾ ਬੱਦਲ ਹੈ। ਹਾਵਲ ਤੋਂ ਲੈ ਕੇ ਰਸੂਲਾਂ ਤੱਕ ਜਿਹੜੇ ਧਰਮੀ ਸੀ, ਨਿਸ਼ਚਾ ਦੇ ਵਿੱਚ ਖਰੇ ਨਿਕਲੇ। ਦਾਨੀਅਲ, ਸਦਰਕ, ਮੇਸ਼ਕ, ਅਬਦਨਗੋ ਵਰਗੇ, ਅਯੂਬ ਵਰਗੇ, ਇਹ ਗਵਾਹਾਂ ਦਾ ਬੱਦਲ ਹੈ। ਲਿਖਿਆ, ਜਦੋਂ ਐਨੇ ਵੱਡੇ ਗਵਾਹਾਂ ਦੇ ਬੱਦਲਾਂ ਨੇ ਸਾਨੂੰ ਘੇਰਿਆ ਆ, ਤੇ ਆਓ ਅਸੀਂ ਵੀ ਹਰੇਕ ਭਾਰ ਨੂੰ, ਹਰੇਕ ਚਿੰਤਾ, ਹਰੇਕ ਮੁਸ਼ਕਲ, ਹਰੇਕ ਪਰੇਸ਼ਾਨੀ, ਹਰੇਕ ਸਮੱਸਿਆ, ਹਰੇਕ ਤਰ੍ਹਾਂ ਦੀ ਸਥਿਤੀ ਨੂੰ, ਹਰੇਕ ਭਾਰ ਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਪਰਮੇਸ਼ਰ ਦੇ ਵਚਨ ਤੋਂ ਦੂਰ ਕਰ ਦਿੰਦਾ, ਪਰੇ ਸੁੱਟ ਕੇ ਉਸ ਦੌੜ ਵਿੱਚ ਜਿਹੜੀ ਸਾਡੇ ਅੱਗੇ ਪਈ ਆ, ਸਬਰ ਨਾਲ ਦੌੜੀਏ। ਤਾਲੀ ਮਾਰੀਏ ਜ਼ੋਰ ਦੇ ਨਾਲ। ਜਿੰਨੀਆਂ ਮਰਜ਼ੀ ਚਿੰਤਾ, ਮੁਸ਼ਕਲਾਂ, ਪਰੇਸ਼ਾਨੀਆਂ ਹੋਣ, ਸਬਰ ਦੇ ਨਾਲ ਦੌੜੀਏ ਤੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣੋਗੇ। ਇਹ ਗਵਾਹਾਂ ਦਾ ਬੱਦਲ ਹੈ। ਨਬੀ, ਖੁਦਾ ਦੇ ਰਸੂਲ, ਜਿਨ੍ਹਾਂ ਦੀ ਹਰ ਜ਼ਿੰਦਗੀਆਂ ਦੇ ਵਿੱਚ ਮੁਸ਼ਕਲਾਂ ਤੇ ਪਰੇਸ਼ਾਨੀਆਂ ਆਈਆਂ, ਪਰ ਉਹਨਾਂ ਮੁਸ਼ਕਲਾਂ ਤੇ ਪਰੇਸ਼ਾਨੀਆਂ 'ਚ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਪਹਿਲ ਦਿੱਤੀ।
ਉਹ ਸਫਲ ਹੋਏ ਤੇ ਖੁਦਾ ਨੇ ਕਿਰਪਾ ਆਪਣੀ ਉਹਨਾਂ ਉੱਤੇ ਬਹਾਲ ਕੀਤੀ। ਇਸ ਲਈ ਉਹ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣੇ। ਪਰਮੇਸ਼ਰ ਦਾ ਪਵਿੱਤਰ ਵਚਨ ਸਾਡੇ ਤੋਂ ਵੀ ਮੰਗ ਕਰਦਾ ਆ ਕਿ ਜਿਹੜੀਆਂ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ, ਮੁਸ਼ਕਲਾਂ ਤੇ ਪਰੇਸ਼ਾਨੀਆਂ ਆ, ਉਹਨਾਂ ਸਾਰਿਆਂ ਤੇ ਅਸੀਂ ਫਤਿਹ ਪਾਈਏ, ਤਾਂ ਹੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣ ਸਕਦੇ ਹਾਂ, ਤਾਂ ਹੀ ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਬਣ ਸਕਦੇ ਹਾਂ। ਤੇ ਜਦੋਂ ਅਸੀਂ ਮਨ ਭਾਉਂਦੇ ਬਣਾਂਗੇ ਤੇ ਫਿਰ ਉਹ ਸਾਡੇ ਤੋਂ ਕੋਈ ਚੰਗੀ ਵਸਤੂ ਰੋਕੇਗਾ ਨਹੀਂ, ਬਲਕਿ ਪਰਮੇਸ਼ਰ ਆਪਣੀਆਂ ਰਹਿਮਤਾਂ ਸਾਡੇ ਉੱਤੇ ਬਹਾਲ ਕਰੇਗਾ। ਇਸ ਲਈ ਜਿਹੜੀਆਂ ਸਥਿਤੀਆਂ, ਜਿਹੜੇ ਹਾਲਾਤ ਆਉਂਦੇ ਨੇ, ਸਾਡੇ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਸਥਿਤੀਆਂ ਤੇ ਹਾਲਾਤਾਂ 'ਚ ਅਸੀਂ ਖੜੇ ਰਹੀਏ। ਤੇ ਪਰਮੇਸ਼ਰ ਤੁਹਾਨੂੰ ਆਪਣੀ ਕਿਰਪਾ ਤੇ ਆਪਣੀ ਦਇਆ ਦੇ ਨਾਲ ਭਰਪੂਰ ਕਰੇਗਾ ਤੇ ਉਹ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ। ਇਸ ਲਈ ਦਾਊਦ ਆਪਣੇ ਤਜਰਬੇ 'ਚ ਬਿਆਨ ਕਰਦਾ ਹੈ। 34 ਜ਼ਬੂਰ ਉਹਦੀ 10 ਐਤ ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ। ਜਿਹੜੇ ਖਰੇ ਨਿਕਲਦੇ ਨੇ, ਜਿਹੜੇ ਪਰਮੇਸ਼ਰ ਦੇ ਤਾਲਬ ਬਣਦੇ ਨੇ, ਜਿਹੜੇ ਉਹਦੇ ਮਨ ਭਾਉਂਦੇ ਬਣਦੇ ਨੇ, ਉਹਨਾਂ ਦੇ ਲਈ ਪਰਮੇਸ਼ਰ ਦੀਆਂ ਪ੍ਰਤਿਗਿਆ ਆ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ, ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਅਤੇ ਭੁੱਖ ਲੱਗਦੀ ਆ, ਪਰ ਯਹੋਵਾ ਦੇ ਤਾਲਬਾਂ ਨੂੰ, ਪਰ ਪਰਮੇਸ਼ਰ ਦੇ ਤਾਲਬਾਂ ਨੂੰ ਕਿਸੇ ਚੰਗੀ ਬਾਤ ਦੀ ਥੋੜ ਨਹੀਂ ਹੋਵੇਗੀ। ਕਿਸੇ ਚੰਗੀ ਵਸਤੂ ਦੀ ਥੋੜ, ਕਿਸੇ ਚੰਗੀ ਵਸਤੂ ਦੀ ਥੋੜ ਨਹੀਂ ਹੋਵੇਗੀ। ਔਰ ਨਵੇਂ ਨੇਮ ਦੇ ਮੁਤਾਬਕ ਚੰਗੀ ਵਸਤੂ ਪਵਿੱਤਰ ਆਤਮਾ ਹੈ। ਹਾਲੇਲੂਇਆ। ਜਿਹ 'ਚ ਹਮੇਸ਼ਾ ਦੀ ਜ਼ਿੰਦਗੀ ਹੈ। ਪਵਿੱਤਰ ਆਤਮਾ ਸਾਨੂੰ ਕੀ ਦਿੰਦਾ? ਹਮੇਸ਼ਾ ਦੀ ਚੰਗੀ ਵਸਤੂ, ਉੱਤਮ ਸ੍ਰੇਸ਼ਟ ਪਵਿੱਤਰ ਆਤਮਾ ਆ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਜੇ ਬੱਚਾ ਆਪਣੇ ਬਾਪ ਦੇ ਕੋਲ ਰੋਟੀ ਮੰਗਦਾ ਤੇ ਬਾਪ ਰੋਟੀ ਦਿੰਦਾ ਆ, ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤੇ ਕਿੰਨਾ ਵੱਧ ਕੇ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀ ਵਸਤੂ ਦੇਵੇਗਾ। ਚੰਗੀ ਵਸਤੂ ਪਵਿੱਤਰ ਆਤਮਾ ਆ, ਤੇ ਪਵਿੱਤਰ ਆਤਮਾ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਤੇ ਪਾਉਂਦੇ ਉਹੀ ਆ ਜਿਹੜੇ ਖਰੇ ਨਿਕਲਦੇ ਆ, ਜਿਹੜੇ ਪਰਮੇਸ਼ਰ ਨਾਲ ਸੱਚੀ ਪ੍ਰੀਤ ਕਰਦੇ ਆ, ਜਿਨ੍ਹਾਂ ਦੇ ਅੰਦਰ ਦਿਖਾਵਾ ਨਹੀਂ, ਜਿਹੜੇ ਸਰੀਰਕ ਨਹੀਂ ਗੇ ਬਲਕਿ ਆਤਮਕ ਵਾ, ਜਿਨ੍ਹਾਂ ਦੀ ਨਿਸ਼ਚਾ ਆਤਮਕ ਹੈ, ਜਿਨ੍ਹਾਂ ਨੇ ਹਮੇਸ਼ਾ ਦੀ ਜ਼ਿੰਦਗੀ ਦੇ ਭੇਤ ਨੂੰ ਪਾ ਲਿਆ, ਉਹ ਚੰਗੀ ਵਸਤੂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਦੇ ਆ। ਕਿਉਂਕਿ ਯਹੰਨਾ ਦੀ ਅੰਜੀਲ 'ਚ ਅਸੀਂ 6 ਅਧਿਆਇ 'ਚ ਪੜ੍ਹਦੇ ਹਾਂ, ਮਾਸ ਤੇ ਹੱਡ ਤੋਂ ਕੋਈ ਲਾਭ ਨਹੀਂ, ਜੀਵਨ ਦਾਤਾ ਆਤਮਾ ਆ। ਜੀਵਨ ਦਾਤਾ ਕੀ ਹੈ? ਆਤਮਾ। ਪਵਿੱਤਰ ਆਤਮਾ 'ਚ ਜੀਵਨ ਹੈ, ਹਮੇਸ਼ਾ ਦੀ ਜ਼ਿੰਦਗੀ ਹੈ। ਇਹ ਮਾਸ ਤੇ ਹੱਡ ਤੋਂ ਕੋਈ ਲਾਭ ਨਹੀਂ। ਇਸ ਲਈ ਸਾਡੀ ਨਿਸ਼ਚਾ ਜਿਹੜੀ ਆ ਉਹ ਆਤਮਕ ਹੋਣੀ ਚਾਹੀਦੀ, ਨਾ ਕਿ ਸਰੀਰਕ। ਜੇ ਸਰੀਰਕ ਨਿਸ਼ਚਾ ਆ ਤੇ ਇਹ ਖਤਮ ਹੋ ਜਾਣੀ ਹੈ, ਇਹ ਜ਼ਿਆਦਾ ਸਮਾਂ ਚੱਲਣੀ ਨਹੀਂ। ਪਰ ਜੇ ਆਤਮਕ ਹੈ ਤੇ ਅਸੀਂ ਪਰਖ ਦੇ ਵਿੱਚ ਖਰੇ ਨਿਕਲਾਂਗੇ ਤੇ ਸਾਡੀ ਨਿਸ਼ਚਾ ਵੀ ਬਣੀ ਰਹੇਗੀ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਯਹੰਨਾ ਦੀ ਅੰਜੀਲ 6 ਅਧਿਆਏ 63 ਐਤ ਪੜ੍ਹੀਏ, ਧਿਆਨ ਨਾਲ ਸੁਣੀਏ। ਜਿਉਂ ਦਾਤਾ ਤਾਂ ਆਤਮਾ ਹੈ। ਲਓ ਜੀ, ਜਿਉਣ ਦਾਤਾ ਆਤਮਾ ਆ। ਇਸ ਲਈ ਸਾਡੀ ਨਿਸ਼ਚਾ ਵੀ ਆਤਮਕ ਹੀ ਹੋਣੀ ਚਾਹੀਦੀ ਹੈ। ਸਾਡੀ ਨਿਸ਼ਚਾ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੇ ਲਈ ਚਾਹਤ ਹੋਣੀ ਚਾਹੀਦੀ ਹੈ। ਸਾਡੀ ਨਿਸ਼ਚਾ ਸਰੀਰਕ ਨਹੀਂ। ਜੇ ਸਰੀਰਕ ਹੈ ਤੇ ਪ੍ਰੀਖਿਆ 'ਚ ਅਸੀਂ ਕਦੀ ਸਫਲ ਨਹੀਂ ਹੋ ਸਕਦੇ। ਉਹਨਾਂ ਦੀ ਹਾਲਤ ਕੱਚੇ ਰਸਤੇ ਵਾਲੀ ਹੈ
ਤੇ ਕੱਚਾ ਰਸਤਾ ਉਹ ਕਿਸੇ ਵੇਲੇ ਵੀ ਬੰਦ ਹੋ ਸਕਦਾ। ਕਿਸੇ ਵੇਲੇ ਵੀ ਕੱਚੇ ਰਸਤੇ ਨੇ ਪਤਾ ਨਹੀਂ ਕਦੋਂ ਬੰਦ ਹੋ ਜਾਣਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ। ਇਸ ਤੋਂ ਬਾਅਦ ਕਹੌਤਾਂ ਦੀ ਪੁਸਤਕ 15 ਦੀ ਅਸੀਂ 19 ਆਇਤ ਪੜਾਂਗੇ ਔਰ ਪ੍ਰਾਰਥਨਾ ਵੱਲ ਜਾਵਾਂਗੇ। ਪੜ੍ਹੀਏ, ਧਿਆਨ ਨਾਲ ਸੁਣੀਏ। ਜਿਉਂ ਦਾਤਾ ਤਾਂ ਆਤਮਾ ਹੈ। ਲਓ ਜੀ, ਜੀਵਨ ਦਾਤਾ ਆਤਮਾ ਆ। ਮਾਸ ਤੋਂ ਕੁਝ ਲਾਭ ਨਹੀਂ। ਮਾਸ ਤੋਂ ਕੁਝ ਵੀ ਲਾਭ। ਸਰੀਰ, ਜਿਹੜੇ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਤੱਕ ਸੀਮਤ ਹੈ, ਉਹ ਕਦੀ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਨਹੀਂ ਬਣ ਸਕਦੇ। ਉਸ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਹੜਾ ਪਰਮੇਸ਼ਰ ਦੇਣਾ ਚਾਹੁੰਦਾ ਆ। ਇਸ ਲਈ ਸਾਡੀ ਨਿਸ਼ਚਾ ਆਤਮਿਕ ਹੋਣੀ ਚਾਹੀਦੀ ਆ ਤੇ ਜ਼ਰੂਰੀ ਆ ਕਿ ਅਸੀਂ ਸਰੀਰ ਦੀਆਂ ਇੱਛਾਵਾਂ ਤੋਂ ਉੱਪਰ ਉੱਠੀਏ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਜਿਉਣ ਦਾਤਾ ਤਾਂ ਆਤਮਾ ਹੈ। ਜਿਉਣ ਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਮਾਸ ਤੋਂ ਕੁਝ ਵੀ ਲਾਭ ਨਹੀਂਗਾ। ਅੱਗੇ, ਜਿਹੜੀਆਂ ਗੱਲਾਂ ਮੈਂ ਤੈਨੂੰ ਆਖੀਆਂ ਹਨ, ਜਿਹੜੀਆਂ ਗੱਲਾਂ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਆਖ ਰਿਹਾ ਆ, ਉਹ ਆਤਮਾ ਤੇ ਜੀਵਨ ਹਨ। ਉਹ ਆਤਮਾ ਤੇ ਜਿਉਣ ਹਨ। ਹਾਲੇਲੂਇਆ, ਹਾਲੇਲੂਇਆ। ਜਦੋਂ ਸਾਡੀ ਨਿਸ਼ਚਾ ਆਤਮਕ ਹੋਵੇਗੀ, ਜਦੋਂ ਆਤਮਕ ਜ਼ਿੰਦਗੀ ਦੀ ਦੌੜ ਲਾਵਾਂਗੇ, ਇਹ ਸਰੀਰ ਆਪੇ ਆਪ ਹੀ ਸਰਲ ਹੋ ਜਾਵੇਗਾ। ਇਹ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਆਪਣੇ ਆਪ ਹੀ ਸਿਰਜਣਹਾਰਾ ਪੂਰੀਆਂ ਕਰੇਗਾ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਹਰ ਸਥਿਤੀ, ਹਰ ਹਾਲਾਤ ਦੇ ਵਿੱਚ, ਹਰ ਮੁਸ਼ਕਲ ਪਰੇਸ਼ਾਨੀ 'ਚ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਬਣੇ ਰਹੀਏ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਆਤਮਾ ਹਨ ਤੇ ਜਿਉਣ ਹਨ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਜਿਉਣ ਦਾਤਾ ਤਾਂ ਆਤਮਾ ਹੈ। ਹਾਂ, ਜੀਵਨ ਦਾਤਾ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਮਾਸ ਤੋਂ ਕੁਝ ਵੀ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ, ਉਹ ਆਤਮਾ ਹਨ। ਉਹ ਆਤਮਾ ਹਨ ਅਤੇ ਜੀਵਨ ਹਨ। ਅਤੇ ਜਿਉਣ ਹਨ। ਹਾਲੇਲੂਇਆ। ਆਤਮਕ ਗੱਲਾਂ ਵਿੱਚ ਜੀਵਨ ਹੈ, ਹਮੇਸ਼ਾ ਦੀ ਜ਼ਿੰਦਗੀ ਹੈ। ਕਹੌਤਾਂ ਦੀ ਪੁਸਤਕ 15 ਅਧਿਆਏ ਉਹਦੀ 19 ਆਇਤ। ਹਾਂਜੀ, ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ। ਲਓ ਜੀ, ਆਲਸੀ ਦਾ ਰਾਹ ਸਰੀਰਕ ਮਨੁੱਖ ਦਾ ਰਾਹ, ਜਿਹੜਾ ਸਰੀਰ ਤੱਕ ਸੀਮਤ ਹੈ, ਲੋੜਾਂ ਜ਼ਰੂਰਤਾਂ ਤੱਕ ਸੀਮਤ ਹੈ, ਉਹਦਾ ਇੱਥੇ ਲਿਖਿਆ ਆ ਰਸਤਾ ਕਿੱਦਾਂ ਦਾ ਆ। ਆਲਸੀ ਦਾ ਰਾਹ, ਹਾਂਜੀ, ਕੰਡਿਆਂ ਦੀ ਬਾੜ ਜਿਹਾ ਹੈ। ਲਓ ਜੀ, ਕਾਦੇ ਵਰਗਾ ਆ। ਤੇ ਹੁਣ ਧਿਆਨ ਨਾਲ ਸੁਣੀਏ। ਫਿਰ ਜਦੋਂ ਕੰਡਿਆਂ ਦੀ ਵਾੜ ਆ ਜਾਵੇ ਤਾਂ ਫਿਰ ਅਸੀਂ ਗਾਂ ਪੈਰ ਪੱਟ ਸਕਦੇ। ਵਾੜ ਲਾਈ ਇਸੇ ਕਰਕੇ ਹੁੰਦੀ ਆ ਵੀ ਨੋ ਐਂਟਰੀ। ਵਾੜ ਕਾਤੇ ਲੱਗੀ ਹੁੰਦੀ ਆ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ। ਕੰਡਿਆਂ ਦੀ ਵਾੜ ਵਰਗਾ ਇੱਕ ਵਾੜ ਹੁੰਦੀ ਆ। ਕੰਡਿਆਂ ਦੀ ਵਾੜ, ਚੱਲ ਹੀ ਨਹੀਂ ਸਕਦਾ ਬੰਦਾ। ਆਲਸੀ, ਸਰੀਰਕ, ਜਿਨ੍ਹਾਂ ਦੇ ਅੰਦਰ ਮੁਹੱਬਤ ਨਹੀਂ ਗੀ। ਆਲਸੀ ਦਾ ਰਸਤਾ ਕੰਡਿਆਂ ਦੀ ਵਾੜ ਵਰਗਾ ਆ। ਉਹ ਚੱਲ ਹੀ ਨਹੀਂ ਸਕਦੇ, ਉਹ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦਾ ਰਸਤਾ ਹੀ ਬੰਦ ਹੋ ਜਾਂਦਾ ਆ। ਜਿਹੜੇ ਸਰੀਰਕ ਨੇ, ਜਿਹੜੇ ਨਿਸ਼ਚਾ ਤਾਂ ਕਰਦੇ ਆ ਪਰ ਸਰੀਰ ਦੀਆਂ ਲੋੜਾਂ ਜ਼ਰੂਰਤਾਂ ਲਈ ਹੀ ਕਰਦੇ ਆ। ਜਦੋਂ ਐਡੇ ਵੱਡੇ ਗਵਾਹਾਂ ਦੇ ਬੱਦਲਾਂ ਨੇ ਘੇਰਿਆ ਤੇ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਉਹਨਾਂ ਜ਼ਿੰਦਗੀਆਂ ਨੂੰ ਵੇਖੀਏ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਕੁਰਬਾਨੀ ਦੇ ਦਿੱਤੀ, ਹਰ ਤਰ੍ਹਾਂ ਦਾ ਤਿਆਗ ਕਰ ਦਿੱਤਾ, ਪਰ ਆਪਣੀ ਨਿਸ਼ਚਾ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਤਾਲੀ ਮਾਰੀਏ ਜ਼ੋਰ ਦੀ ਨਾਲ। ਇਸ ਲਈ ਸੰਤ ਪੌਲਸ ਬਿਆਨ ਕਰਦੇ, ਮੈਂ ਨਿਸ਼ਚਾ ਦੀ ਸਾਂਭ ਕੀਤੀ ਆ। ਮੈਂ ਨਿਸ਼ਚਾ ਨੂੰ ਗਵਾਇਆ ਨਹੀਂ, ਮੈਂ ਨਿਸ਼ਚਾ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ,
ਕਿਉਂਕਿ ਮੈਂ ਜਾਣ ਲਿਆ ਕਿ ਨਿਸ਼ਚਾ ਹੀ ਹੈ ਜਿਹੜੀ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਾ ਸਕਦੀ ਹੈ। ਇਹ ਨਿਸ਼ਚਾ ਹੀ ਹੈ ਜਿਹੜੀ ਮੈਨੂੰ ਮੌਤ ਤੇ ਫਤਿਹ ਦੇ ਸਕਦੀ ਹੈ। ਇਹ ਨਿਸ਼ਚਾ ਹੀ ਹੈ ਜਿਹੜੀ ਸਥਿਤੀਆਂ ਤੇ ਹਾਲਾਤਾਂ ਤੇ ਫਤਿਹ ਦੇ ਸਕਦੀ ਹੈ, ਕਿਉਂਕਿ ਉਹਦੀ ਨਿਸ਼ਚਾ ਆਤਮਕ ਸੀ। ਜਿਨ੍ਹਾਂ ਦੀ ਆਤਮਕ ਨਿਸ਼ਚਾ ਆ ਮੌਤ ਦੀ ਪਰਵਾਹ ਨਹੀਂ ਕਰਦੇ, ਦੁੱਖਾਂ ਕਸ਼ਟਾਂ ਮੁਸੀਬਤਾਂ ਦੀ ਪਰਵਾਹ ਨਹੀਂ ਕਰਦੇ। ਉਹ ਕੁਛ ਆ ਗਿਆ ਤੇ ਖੁਸ਼ੀਆਂ ਨਹੀਂ ਮਨਾਉਂਦੇ, ਚਲਾ ਗਿਆ ਤੇ ਗਮ ਵੀ ਨਹੀਂ ਮਨਾਉਂਦੇ। ਆਏ ਦੀ ਕੋਈ ਖੁਸ਼ੀ ਨਹੀਂ ਤਾਂ ਗਏ ਦਾ ਉਹਨਾਂ ਨੂੰ ਕੋਈ ਗਮ ਨਹੀਂ। ਉਹ ਆਮ ਹਾਲਤ 'ਚ ਵੀ ਪ੍ਰਚਾਰ ਕਰਦੇ ਸੀ ਤਾਂ ਜੇਲ੍ਹਾਂ 'ਚ ਵੀ ਪ੍ਰਚਾਰ ਕਰਦੇ ਸੀ। ਉਹ ਆਮ ਹਾਲਤ 'ਚ ਵੀ ਖੁਦਾ ਦੀ ਉਪਾਸਨਾ ਕਰਦੇ ਸੀ ਤੇ ਬੰਧਨਾਂ 'ਚ ਵੀ ਖੁਦਾ ਦੀ ਉਪਾਸਨਾ ਕਰਦੇ ਸੀ। ਇਹ ਉਹ ਨਿਸ਼ਚਾ ਆ ਜਿਹੜੀ ਨਿਸ਼ਚਾ ਉਹਨਾਂ ਦੀ ਆਤਮਕ ਸੀ, ਜਿਨ੍ਹਾਂ ਨੂੰ ਜੇਲ੍ਹ ਦੀਆਂ ਦੀਵਾਰਾਂ ਬੇੜੀਆਂ ਰੋਕ ਨਹੀਂ ਸਕੀਆਂ। ਸਰੀਰਾਂ ਨੂੰ ਜ਼ਰੂਰ ਉਹਨਾਂ ਦੇ ਬੰਨ ਦਿੱਤਾ ਗਿਆ, ਪਰ ਉਹਨਾਂ ਦੇ ਮਨ ਨੂੰ ਬੰਨ ਨਹੀਂ ਸਕੀਆਂ। ਉਹ ਜ਼ਿੰਦਗੀਆਂ ਜਿਨ੍ਹਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ, ਜ਼ਿੰਦਗੀ ਦੇ ਆਨੰਦ ਨੂੰ, ਜੀਵਨ ਦੇ ਰਹੱਸ ਨੂੰ ਉਹ ਪ੍ਰਾਪਤ ਕਰਦੇ ਨੇ। ਪਰ ਜਿਹੜੇ ਸਰੀਰਕ ਨੇ ਉਹ ਚੱਲਦੇ ਤਾਂ ਜ਼ਰੂਰ ਆ, ਪਰ ਲੰਬੇ ਸਮੇਂ ਦੇ ਲਈ ਨਹੀਂ। ਉਹਨਾਂ ਨੂੰ ਆਲਸੀ ਵੀ ਕਿਹਾ ਗਿਆ ਹੈ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਹਾਂਜੀ, ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ, ਆਲਸੀ ਦਾ ਰਸਤਾ ਕੰਡਿਆਂ ਦੀ ਬਾੜ ਵਰਗਾ ਹੈ, ਪਰ ਸਚਿਆਰਾਂ ਦਾ ਮਾਰਗ ਸ਼ਾਹ ਰਾਹ ਹੈ। ਸਚਿਆਰਾਂ ਦਾ ਜਿਹੜਾ ਮਾਰਗ ਵਾ ਉਹ ਸ਼ਾਹ ਰਾਹ ਆ। ਸਚਿਆਰ ਜਿਹੜੇ ਆਤਮਕ ਨੇ, ਜਿਹੜੇ ਧਰਮੀ ਨੇ, ਜਿਨ੍ਹਾਂ ਦੀ ਨਿਸ਼ਚਾ ਆਤਮਕ ਹੈ, ਸਚਿਆਰਾਂ ਦਾ ਰਾਹ ਸ਼ਾਹ ਰਾਹ ਆ। ਸ਼ਹਿਨਸ਼ਾਹ ਵਾਲਾ, ਰਾਜਿਆਂ ਵਾਲਾ, ਲੀਡਰਾਂ ਵਾਲਾ, ਮਰਤਬੇ ਵਾਲਿਆਂ ਵਾਲਾ। ਕਿਸੇ ਸ਼ਹਿਨਸ਼ਾਹ ਨੇ, ਲੀਡਰਾਂ ਨੇ ਗੁਜ਼ਰਨਾ ਹੋਵੇ, ਰਸਤੇ ਕਲੀਅਰ ਹੋ ਜਾਂਦੇ ਆ, ਰਸਤਿਆਂ ਦੀਆਂ ਸਫਾਈਆਂ ਹੋ ਜਾਂਦੀਆਂ, ਰਸਤਿਆਂ ਤੇ ਪਹਿਰਾ ਦੇਣ ਵਾਲੇ ਗਾਰਡ ਖੜੇ ਹੋ ਜਾਂਦੇ ਆ। ਇੰਨਾ ਰਸਤਾ ਕਲੀਅਰ ਹੁੰਦਾ ਆ, ਇੰਨਾ ਸਫਾ ਹੁੰਦਾ ਆ। ਇਹ ਧਰਮੀਆਂ ਦੀ ਜ਼ਿੰਦਗੀ ਦਾ ਚਿੱਤਰ ਹੈ ਕਿ ਧਰਮੀਆਂ ਦੇ ਰਸਤੇ ਦੇ ਵਿੱਚ ਜਿਹੜੇ ਫਤਿਹ ਪਾ ਲੈਂਦੇ ਆ, ਫਿਰ ਦੁਨੀਆ ਦੀ ਕੋਈ ਤਾਕਤ ਤੇ ਸ਼ਕਤੀ ਉਹਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਤੋਂ ਰੋਕ ਨਹੀਂ ਸਕਦੀ। ਉਹ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਦੇ ਨੇ ਤੇ ਉਹਨਾਂ ਦੇ ਰਸਤਿਆਂ ਦੇ ਵਿੱਚ ਕੋਈ ਵੀ ਰੁਕਾਵਟ ਆਉਂਦੀ। ਉਹੀ ਪਤਰਸ ਜਿਹੜਾ ਇਹ ਕਹਿੰਦਾ ਆਪਣੀ ਚਿੰਤਾ ਉਹਦੇ ਤੇ ਸੁੱਟ ਦਿਓ, ਉਹ ਪਤਰਸ ਆਪਣੇ ਤਜਰਬੇ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਹੈ। ਉਹੀ ਪਤਰਸ ਬਿਆਨ ਕਰਦਾ ਹੈ। ਪੜ੍ਹੀਏ ਔਰ ਧਿਆਨ ਦੇ ਨਾਲ ਸੁਣੀਏ। ਦੂਸਰਾ ਪਤਰਸ 1 ਅਧਿਆਏ ਉਹਦੀ 11 ਐਤ। ਕਿਉਂ ਜੋ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ। ਕਿੱਦਾਂ ਉਹਦੇ ਤੁਸੀਂ ਰਾਜ ਵਿੱਚ ਦਾਖਲ ਹੋਵੋਗੇ? ਜਿਹੜੇ ਵੱਡਾ ਯਤਨ ਕਰਦੇ ਨੇ, ਹਰ ਸਥਿਤੀ ਤੇ ਫਤਿਹ ਪਾਉਂਦੇ ਨੇ, ਪ੍ਰੀਖਿਆ ਦੇ ਵਿੱਚ ਸਫਲ ਹੁੰਦੇ ਨੇ। ਇਹਦੇ 5 ਚ ਲਿਖਿਆ ਆਪਣੀ ਵੱਲੋਂ ਵੱਡਾ ਯਤਨ ਕਰੋ। 11 ਦੇ ਵਿੱਚ ਲਿਖਿਆ ਆ ਤੁਸੀਂ ਉਹਦੇ ਰਾਜ ਵਿੱਚ ਕਿੱਦਾਂ ਪ੍ਰਵੇਸ਼ ਕਰੋਗੇ। ਸ਼ਹਿਨਸ਼ਾਹ ਵਾਲਾ ਸ਼ਾਹ ਰਾਹ ਆ ਧਰਮੀਆਂ ਦਾ, ਜਿਹੜੇ ਆਤਮਕ ਨੇ, ਜਿਹੜੇ ਸਰੀਰ ਦੀਆਂ ਇਛਾਵਾਂ ਤੋਂ ਉੱਪਰ ਉੱਠ ਕੇ ਖੁਦਾ ਨਾਲ ਮੁਹੱਬਤ ਕਰਦੇ ਨੇ। ਪੜ੍ਹੀਏ, ਧਿਆਨ ਨਾਲ ਸੁਣੀਏ। ਕਿਉਂ ਜੋ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ। ਹਾਂ, ਕਿੱਦਾਂ ਪ੍ਰਵੇਸ਼ ਕਰੋਗੇ? ਕਿੱਥੇ? ਹਮੇਸ਼ਾ ਦੀ ਜ਼ਿੰਦਗੀ ਸਦੀਪਕ ਰਾਜ ਵਿੱਚ। ਤਾਲੀ ਮਾਰੀਏ ਜ਼ੋਰ ਦੀ। ਪਰ ਉਹ ਜਿਹੜੇ ਖਰੇ ਨਿਕਲਦੇ ਨੇ, ਉਹ ਜਿਹੜੇ ਸਾਰੀਆਂ ਮੁਸ਼ਕਲਾਂ, ਸਾਰੀਆਂ ਪਰੇਸ਼ਾਨੀਆਂ ਉੱਤੇ ਫਤਿਹ ਪਾਉਂਦੇ ਨੇ, ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਇਹ ਮੀਂਹ, ਹਨੇਰੀ, ਝੱਖੜ, ਤੂਫਾਨ, ਦੁੱਖ, ਕਸ਼ਟ, ਮੁਸੀਬਤਾਂ, ਮੌਸਮ ਦੀ ਤਬਦੀਲੀ, ਇਹ ਸੰਸਾਰ ਦੀਆਂ ਗੌਰਮੈਂਟਾਂ, ਉਚਾਈਆਂ, ਡੰਗਿਆਈਆਂ,
ਦੁਨੀਆ ਦੀ ਕੋਈ ਤਾਕਤ ਤੇ ਸ਼ਕਤੀ ਉਹਨਾਂ ਪ੍ਰੇਮੀਆਂ ਦੇ ਰਸਤੇ 'ਚ ਰੁਕਾਵਟ ਖੜੀ ਕਰ, ਉਹ ਮੌਤ ਤੋਂ ਪਾਰ ਲੰਘ ਜਾਂਦੇ ਨੇ। ਮੌਤ ਵੀ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਨਹੀਂ ਕਰ ਸਕਦੀ। ਹਾਲੇਲੂਇਆ। ਉਹੀ ਪਤਰਸ ਬਿਆਨ ਕਰਦਾ ਜਿਹੜਾ ਕਹਿੰਦਾ ਨਿਸ਼ਚਾ ਦਾ ਫਲ ਜਾਨਾਂ ਦੀ ਮੁਕਤੀ ਆ। ਉਹੀ ਪਤਰਸ ਬਿਆਨ ਕਰਦਾ, ਕਹਿੰਦਾ ਤੁਸੀਂ ਵੱਡੀ ਖੁੱਲ੍ਹ ਨਾਲ ਪਰਮੇਸ਼ਰ ਦੇ ਰਾਜ ਵਿੱਚ ਸਦੀਪਕ ਜੀਵਨ ਵਿੱਚ ਪ੍ਰਵੇਸ਼ ਕਰੋਗੇ। ਹਾਲੇਲੂਇਆ। ਜਿਹੜੇ ਫਤਿਹ ਪਾਉਂਦੇ ਨੇ, ਜਿਹੜੇ ਬਣੇ ਰਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਸਿਰਜਣਹਾਰੇ ਦੇ ਹੱਥ ਦਿੰਦੇ ਨੇ, ਉਹ ਹਮੇਸ਼ਾ ਦੀ ਜ਼ਿੰਦਗੀ ਦੇ ਵਾਰਸ ਬਣਦੇ ਨੇ। ਇਸ ਲਈ ਹਰ ਸਥਿਤੀ 'ਚ ਸਾਡੇ ਲਈ ਖੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਹਰ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦਿਓ ਤੇ ਸਾਨੂੰ ਉਹ ਵੱਡੀ ਫਤਿਹ ਦੇਵੇਗਾ ਤੇ ਜਿਹੜੀਆਂ ਪ੍ਰਤਿਗਿਆ ਉਹਨੇ ਸਾਡੇ ਨਾਲ ਕੀਤੀਆਂ ਉਹ ਜੀਵਨ ਦੇ ਵਿੱਚ ਪੂਰੀਆਂ ਹੋਣਗੀਆਂ ਤੇ ਉਹ ਸਾਨੂੰ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਵੇਗਾ। ਅੱਖਾਂ ਬੰਦ ਕਰਾਂਗੇ, ਪ੍ਰਾਰਥਨਾ ਵੱਲ ਜਾਵਾਂਗੇ। 1-2 ਮਿੰਟਾਂ ਦੇ ਲਈ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। ਸਰਫਾ ਨਾ ਕਰੀਏ, ਸਰਫਾ ਨਾ ਕਰੀਏ, ਸਰਫਾ ਨਾ ਕਰੀਏ। ਆਪਣੇ ਆਪ ਨੂੰ ਸਿਰਜਣਹਾਰੇ ਦੇ ਹੱਥ ਦੇਈਏ, ਆਪਣੇ ਆਪ ਨੂੰ ਸਿਰਜਣਹਾਰੇ ਦੇ ਹੱਥ ਦੇਈਏ।